श्री हर राय नमो कर जोरी नमो कर। श्री हर कृष्ण मनाओ बहो तेग बहादुर परम किर जी परम किर। श्री गुरु गोबिंद सिंह बिसाला तरों तरा पर पुन पुन सीसा जी पुन पुन सीसा। बंदा बार बार जगदीसा। एक ओंकार सतगुरु ते प्रसाद सच होए। वाहिगुरु जी की फतेह है विघ्न विनाशन होए। वाहिगुरु जी की फतेह है विघ्न विनाशन सोए। सतनाम श्री वाहिगुरु साहिब जी। सवैया चंद लखियो समा तब विदा भगतोए। अपने अपने थान पियान पुन आए सब वेद देह तर। श्री अर्जन को बंधन ठान चाहत पे गुर करियो सुचित में। अनेक भांत की उस्तत ठान जिस कारण अवतरे जगत में। तिसकी उर अभिलाख महान। वाहिगुरु जी का खालसा वाहिगुरु जी की फतेह। परम सन्मान योग चवर छत्र तख्त दे मालक वालिए कुल आलम राजान राज पानान पान देवान देव उपमा महान। साहिब धन धन सतगुरु श्री गुरु ग्रंथ साहिब सच्चे पातशाह जी महाराज जी की पावन हजूरी अंदर। साहिब धन धन सतगुरु श्री गुरु तेग बहादुर जी पातशाह जी के मुबारक चरण कमला नाल निवाजी धरती गुरुद्वारा श्री दुख निवारण साहिब जी के पावन मुकद्दस स्थाना ते संध्या वेले दे पावन पवित्र दीवाना अंदर हाजरियां भर करके गुर इतिहास दी कथा नेम सहित प्रेम सहित आप श्रोता जन श्रवण करन हित गुरु की हजूरी अंदर उपस्थित हुंदे हो। सतगुरु महाराज धन धन सतगुरु श्री गुरु अर्जन देव महाराज सच्चे पातशाह जी के पावन पवित्र लड़ीवार इतिहास श्रवण कर रहे हाँ। इस तो पहला के पावन लड़ीवार कथा प्रारंभ करिए जो अज दे पावन पवित्र दो महान दिहाड़े हैं। सतगुरु श्री गुरु अंगद देव जी महाराज सच्चे पातशाह जियां दे पावन प्रकाश पुरब और महाराज जी की पावन पवित्र बाणी दे बाणीकार भगत धन्ना साहिब जी दे आगमन दिहाड़े अमृत वेले भी सत्कारयोग ज्ञानी जी हुणा ने पावन पवित्र इतिहास की सांझ संगत जी दे नाल पाई सी
ਕਿਉਂਕਿ ਜੋ ਪਾਵਨ ਪੁਰਬ ਹੋਵੇ ਆਪਾਂ ਪੰਛੀ ਝਾਤ ਉਹਨਾਂ ਦਿਹਾੜਿਆਂ ਤੇ ਦੀਦਾਰ ਕਰਦੇ ਹਾਂ, ਗੁਰੂ ਪਾਤਸ਼ਾਹ ਮਹਾਰਾਜ ਜਾਂ ਕੋਈ ਵੀ ਜੋ ਇਤਿਹਾਸਕ ਦਿਹਾੜਾ ਹੋਵੇ। ਪ੍ਰਥਮ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਗਤ ਧੰਨਾ ਸਾਹਿਬ ਜੀ ਦੇ ਪਾਵਨ ਪਵਿੱਤਰ ਦਿਹਾੜਿਆਂ ਦੀਆਂ ਆਪ ਸਮੂਹ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਹੋਵਣ। ਸਤਿ ਸ੍ਰੀ ਅਕਾਲ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਮੁੱਢਲੇ ਨਾਮ ਭਾਈ ਲਹਿਣਾ ਜੀ ਕਰਕੇ ਆਪਾਂ ਇਤਿਹਾਸ ਦੇ ਅੰਦਰ ਪੜ੍ਹਨੇ ਹਾਂ, ਪਾਵਨ ਬਾਣੀ ਅੰਦਰ ਵੀ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਿਨਾਂ ਦੇ ਅਵਤਰਨ ਮੱਤੇ ਕੀ ਸਰਾਂ ਨਾਂਗੇ ਕੀ ਸਰਾਂ ਪੀ ਜੀ ਦਾ ਨਾਮ ਸੀ। ਸਨ 1504 ਨੂੰ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ ਹੋਏ ਹਨ। ਜਦੋਂ ਪਾਵਨ ਪਵਿੱਤਰ ਬਾਣੀ ਦੇ ਦਰਸ਼ਨ ਕਰਨੇ ਹਾਂ, ਬਾਣੀ ਪੜ੍ਹਨੇ ਹਾਂ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਫੇਰੂ ਮੱਲ ਜੀ ਦਾ ਨਾਮ ਭੱਟ ਸਾਹਿਬਾਨਾਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਕਈ ਥਾਵਾਂ ਤੇ ਲਿਆ ਹੈ। ਫਿਰਨ ਸੀ ਭਾਵ ਬਾਬਾ ਫੇਰੂ ਮੱਲ ਜੀ ਦੇ ਛੀ ਪੁੱਤਰ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੈਸਾ ਆਪ ਇਤਿਹਾਸ ਤੋਂ ਭਲੀ ਭਾਂਤ ਜਾਣੂ ਹੋ ਜਵਾਲਾਮੁਖੀ ਕਾਂਗੜੇ ਜਾਂਦੇ ਸਨ ਹਰ ਸਾਲ। ਪਿਤਾ ਜੀ ਜਦੋਂ ਚੜ੍ਹਾਈ ਕਰ ਗਏ, ਪਿਤਾ ਜੀ ਦੇ ਚੜ੍ਹਾਈ ਕਰ ਜਾਣ ਤੋਂ ਪਛਾਤ ਨਗਰ ਤੋਂ ਜਥਾ ਲੈ ਕੇ ਜਾਣ ਦੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਆਣ ਪਈ। ਭਾਈ ਲਹਿਣਾ ਜੀਆਂ ਨੇ ਨਗਰ ਦੇ ਹੀ ਗੁਰੂ ਕੇ ਸਿੱਖ ਤੋਂ ਪਾਵਨ ਪਵਿੱਤਰ ਪੌੜੀ ਦਾ ਪਾਠ ਸਰਵਣ ਕੀਤਾ। ਆਸਾ ਕੀ ਵਾਰ ਦੀ 21ਵੀਂ ਪੌੜੀ ਇਤਿਹਾਸਕਾਰ ਲਿਖਦੇ ਹਨ, ਰਸਤੇ ਅੰਦਰ ਜਾਂਦਿਆਂ ਭਾਈ ਜੋਧ ਜੀ ਜੋ ਬੜੇ ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਸਨ, ਕਈ ਐਸੇ ਗੁਰਮੁਖ ਪਿਆਰੇ ਵੇਖੇ ਹਨ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਬਾਣੀ ਪੜ੍ਹਦੇ ਹਨ ਪ੍ਰੇਮ ਨਾਲ। ਜੇ ਰਸਤੇ ਪੈਂਡੇ ਅੰਦਰ ਵੀ ਜਾਂਦੇ ਪ੍ਰੇਮ ਨਾਲ ਬਾਣੀ ਪੜ੍ਹਦਿਆਂ ਗਾਉਂਦਿਆਂ, ਤਾਂ ਜੋ ਕੋਈ ਹੋਰ ਵੀ ਨੇੜੇ ਹੈ ਉਹਦੇ ਵੀ ਕੰਨੀ ਗੁਰੂ ਕੀ ਗੱਲ ਪੈ ਜਾਏ। ਰਸਤੇ ਅੰਦਰ ਆਉਂਦਿਆਂ ਭਾਈ ਜੋਧ ਜੀ ਪਾਵਨ ਪਵਿੱਤਰ ਆਸਾ ਕੀ ਵਾਰ ਦੀ ਪੌੜੀ ਪੜ੍ਹਦੇ ਆਉਂਦੇ ਸਨ। 21ਵੀਂ ਪੌੜੀ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਐ, ਕਿਛ ਲਾਹੇ ਉਪਰ ਘਾਲੀਐ। ਹੱਥ ਜੋੜ ਕੇ ਪੁੱਛਦੇ ਨੇ ਭਾਈ ਜੋਧ ਜੀ ਦੇ ਕੋਲੋਂ, ਕਿੰਨਾਂ ਦੀ ਪਾਵਨ ਬਾਣੀ ਪੜ੍ਹ ਰਹੇ ਹੋ, ਬਚਨ ਕਿੰਨਾਂ ਦੇ? ਕਹਿਣ ਲੱਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। ਦਰਸ਼ਨ ਦੀਦਾਰ ਉਹਨਾਂ ਦੇ ਕਰਾਓ। ਭਾਈ ਜੋਧ ਜੀ ਕਹਿਣ ਲੱਗੇ, ਜਦੋਂ ਤੁਸੀਂ ਜਾਂਦੇ ਹੋ ਕਾਂਗੜੇ ਜਵਾਲਾਮੁਖੀ ਤਾਂ ਤੁਸੀਂ ਉਹਨਾਂ ਰਸਤਿਆਂ ਤੋਂ ਲੰਘ ਕੇ ਹੀ ਜਾਂਦੇ ਹੋ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਾਸਾ ਹੈ। ਜਦੋਂ ਅਗਲੀ ਵਾਰੀ ਨਗਰ ਤੋਂ ਜਥਾ ਗਿਆ, ਜਥੇ ਨੂੰ ਲੱਗੇ ਕਹਿਣ ਹਰ ਸਾਲ ਦੂਸਰੇ ਰਸਤੇ ਜਾਂਦੇ ਹਾਂ, ਐਤਕੀ ਰਸਤਾ ਬਦਲ ਕੇ ਜਾਣਾ ਹੈ। ਇਹ ਮੇਰੇ ਸਾਹਿਬ ਦੀ ਕਿਰਪਾ ਸੀ, ਐਤਕੀ ਜਾਣਗੇ ਤਾਂ ਜ਼ਰੂਰ ਭਾਈ ਲਹਿਣਾ ਜੀ, ਪਰ ਵਾਪਸ ਧੰਨ ਗੁਰੂ ਅੰਗਦ ਦੇਵ ਮਹਾਰਾਜ ਬਣ ਕੇ ਆਉਣਗੇ। ਜਿਸ ਵਕਤ ਸਾਧ ਸੰਗਤ ਜੀ ਇਤਿਹਾਸਕਾਰ ਲਿਖਦੇ ਨੇ ਗਏ ਤੇ ਜਿਸ ਪਾਤਸ਼ਾਹ ਧੰਨ ਸਤਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਨਗਰ ਦੇ ਅੰਦਰ ਨਗਰੀ ਅੰਦਰ ਪਹੁੰਚੇ ਤੇ ਜਾ ਕੇ ਕੀ ਪੁੱਛਦੇ ਨੇ, ਪਿੰਡ ਤੋਂ ਬਾਹਰ ਬਜ਼ੁਰਗ ਮਿਲਿਆ, ਮੈਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਲੈ ਕੇ ਚੱਲੋ। ਕਹਿਣ ਲੱਗੇ ਆਓ ਪੁਰਖਾ, ਮੈਂ ਵੀ ਉਸੇ ਪਾਸੇ ਨੂੰ ਜਾਣਾ ਹੈ, ਮੈਂ ਤੁਹਾਨੂੰ ਲੈ ਚੱਲਣਾ ਉਸੇ ਗਲੀ ਅੰਦਰ, ਤੁਸੀਂ ਮਗਰੇ ਮਗਰ ਆਓ।
ਘੋੜੀ ਪਰ ਸਵਾਰ ਹੋ ਕੇ ਲਗੇ ਗਏ ਉਸੇ ਪਾਸੇ। ਜਦੋਂ ਪੜਾਅ ਤੇ ਪਹੁੰਚੇ, ਬਜ਼ੁਰਗੋ ਬਾਬਾ ਕਹਿਣ ਲੱਗੇ ਘੋੜੀ ਨੂੰ ਇਸ ਕਿੱਲੇ ਤੇ ਬੰਨ੍ਹ ਕੇ ਅੰਦਰ ਆ ਜਾਓ। ਕਿੱਲੇ ਨਾਲ ਬੰਨ੍ਹ ਕੇ ਦੂਸਰੇ ਦਰਵਾਜ਼ੇ ਥਾਣੀ ਸਾਹਿਬ ਜੀ ਅੰਦਰ ਗਏ। ਅੰਦਰ ਜਿਸ ਵਕਤ ਆਸਨਾਂ ਤੇ ਤਖਤਾਂ ਤੇ ਜਾ ਕੇ ਵੇਖਿਆ, ਜਿਹੜੇ ਬਜ਼ੁਰਗ ਅੱਗੇ ਪੈਦਲ ਚੱਲ ਕੇ ਆਏ ਹਨ ਉਹ ਧੰਨ ਗੁਰੂ ਨਾਨਕ ਦੇਵ ਜੀ ਹਨ। ਮਨ ਦੇ ਅੰਦਰ ਹੋਰ ਭਾਰੀ ਸੱਟ ਵੱਜ ਗਈ। ਮਣਾ ਪਹਿਲਾਂ ਹੀ ਬੜੀ ਦੇਰੀ ਦੇ ਨਾਲ ਸਾਹਿਬ ਦੇ ਘਰ ਵਿੱਚ ਪਹੁੰਚੇ ਹਾਂ, ਉਤੋਂ ਭਾਰੀ ਅਵੱਗਿਆ ਇਹ ਹੋ ਗਈ, ਗੁਰੂ ਨਾਨਕ ਦੇਵ ਮਹਾਰਾਜ ਜੀ ਪੈਦਲ ਚੱਲ ਕੇ ਆਏ, ਤੂੰ ਸਾਹਿਬ ਦੇ ਬਰਾਬਰ ਘੋੜੀਆਂ ਪਰ ਸਵਾਰ ਹੋ ਕੇ ਆਇਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਤੋਂ ਛਿਮਾ ਮੰਗੀ, ਪਾਤਸ਼ਾਹ ਮੈਨੂੰ ਬਖਸ਼ ਦਿਓ, ਮੈਥੋਂ ਭਾਰੀ ਅਵੱਗਿਆ ਹੋ ਗਈ। ਮਹਾਰਾਜ ਕਹਿੰਦੇ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਸੇ ਦਿਨ ਬਚਨ ਕਹਿ ਦਿੱਤੇ, ਪੁਰਖਾ ਜਿਹੜੇ ਲੈਣ ਵਾਲੇ ਹੁੰਦੇ ਨੇ ਘੋੜੀਆਂ ਚੜ੍ਹ ਕੇ ਆਉਂਦੇ ਨੇ। ਜਿੰਨਾ ਲੈਣਾ, ਕਿਤਨੇ ਭਾਰੀ ਬਚਨ। ਪੁਰਖਾ ਜਿਹੜੇ ਲੈਣ ਵਾਲੇ ਹੋਣ ਉਹ ਘੋੜੀਆਂ ਪਰ ਸਵਾਰ ਹੋ ਕੇ ਹੀ ਆਉਂਦੇ ਹਨ। ਉਸ ਵਕਤ ਰਮਜ ਨਹੀਂ ਸਮਝ ਸਕੇ। ਜਥੇ ਦੇ ਕੋਲ ਵਾਪਸ ਆਏ, ਪੈਰੀ ਜਿਹੜੇ ਘੁੰਗਰੂ ਪਾਏ ਸਨ ਲਾ ਕੇ ਵਗਾ ਕੇ ਮਾਰੇ, ਜੋ ਸਨ ਪਕੜੇ ਹੋਏ ਛੈਣੇ ਆਦ ਸੁੱਟ ਦਿੱਤੇ। ਕਹਿੰਦੇ ਤੁਸੀਂ ਜਾਓ, ਹੁਣ ਮੇਰੀ ਮੰਜ਼ਿਲ ਆ ਗਈ ਹੈ। ਜਿਹੜੀ ਜਗਿਆਸਾ ਸੀ, ਜਿਹੜੀ ਮੇਰੀ ਮੰਜ਼ਿਲ ਸੀ, ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ। ਭਾਈ ਲਹਿਣਾ ਜੀ ਫਿਰ ਪਾਤਸ਼ਾਹ ਜੀ ਦੇ ਘਰ ਉੱਥੇ ਟਿਕ ਗਏ। ਐਸੀ ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ ਸੇਵਾ ਭਾਈ ਲਹਿਣਾ ਜੀ ਨੇ ਕੀਤੀ। ਪਟ ਕੀਰਤ ਜੀ ਮਹਾਰਾਜ ਜੀ ਦੀ ਉਸਤਤ ਜਦੋਂ ਕਰਦੇ, ਉਹਨਾਂ ਪਾਵਨ ਪਵਿੱਤਰ ਬਚਨ ਨੂੰ ਉਚਾਰਨ ਕੀਤੇ ਹਨ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਉਸਤਤ ਦੇ ਅੰਦਰ, ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋਂ, ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਬੂਠੋ, ਛਜ ਸੁਰ ਨਰ ਮਨ ਬੋਹੋ ਆਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ, ਪੰਚ ਭੂਤ ਕਰ ਏਕ ਰਾਖ ਲੈ ਸਮਝ, ਜਗ ਜੀਤੋ ਗੁਰਦੁਆਰ ਖੇਲੇ ਸਮਤ ਸਾਰ, ਰਥ ਉਨਮਨ ਲਿਵ ਰਾਖ ਏਕ ਨਿਰੰਕਾਰ। ਤੇ ਬਚਨ ਕਹਿੰਦੇ ਨੇ, ਕਹੋ ਕੀਰਤ ਕਲ ਸਹਾਰ, ਸਪਤ ਤੋਹਿ ਮਜਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਭਾਈ ਲਹਿਣਾ ਜੀ ਦੀ ਕੀਰਤੀ ਸੱਤਾਂ ਦੀਪਾਂ ਵਿੱਚ ਪਸਰ ਰਹੀ ਹੈ। ਤੇ ਮਹਾਰਾਜ ਜੀ ਦੀ ਉਸਤਤ, ਭਾਈ ਲਹਿਣਾ ਜੀ ਦੀ ਉਸਤਤ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਸਤਤ ਭਾਈ ਸੱਤਾ ਭਾਈ ਬਲਵੰਡ ਜੀ ਨੇ 4 ਪੌੜੀਆਂ ਵਿੱਚ ਗਾਇਨ ਕੀਤੀ। ਜੋ ਆਪਾਂ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤਾ ਡੂ ਮਾਖੀ ਦੇ ਸਿਰਲੇਖ ਹੇਠ ਆਪਾਂ ਦਰਸ਼ਨ ਕਰਨੇ ਹਾਂ। ਮਹਾਰਾਜ ਜੀ ਦੀ ਉਸਤਤ ਅੰਦਰ ਪਾਵਨ ਪਵਿੱਤਰ ਪੌੜੀਆਂ ਉਚਾਰਨ ਕੀਤੀਆਂ। ਇੱਕ ਰੋਜ਼ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੋਲ ਨਾ ਗੁਰੂ ਬਣਨ ਤੋਂ ਪਛਾਤ ਜਦੋਂ ਸਾਹਿਬ ਜੀ ਨੇ ਰਹਿਮਤਾਂ ਵਰਤਾ ਦਿੱਤੀਆਂ, ਇੱਕ ਰੋਜ਼ ਸਿੱਧ ਆਏ ਭਾਈ ਲਹਿਣਾ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਆਣ ਕੇ ਉਹਨਾਂ ਨੇ ਇੱਕ ਸਵਾਲ ਪੁੱਛਿਆ। ਕਹਿੰਦੇ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਸਾਡਾ ਇੱਕ ਪ੍ਰਸ਼ਨ ਹੈ, ਹੱਲ ਕਰੋ। ਮਹਾਰਾਜ ਕਹਿੰਦੇ, ਦੱਸੋ। ਕਹਿੰਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਦੇ ਕਿਸੇ ਰਾਜਨੀਤਿਕ ਆਗੂ ਅੱਗੇ ਪਾਤਸ਼ਾਹ ਨਹੀਂ ਝੁਕੇ। ਬਾਬਰ ਮਹਾਰਾਜ ਜੀ ਦੇ ਸਾਹਮਣੇ ਝੁਕਿਆ, ਮਹਾਰਾਜ ਜੀ ਨਹੀਂ ਝੁਕੇ। ਕੋਈ ਰਾਜਨੀਤਿਕ ਆਗੂ ਆਇਆ, ਜੇ ਸਿੱਧ ਲੋਕ ਆਏ, ਮੁਨੀ ਜਨ ਲੋਕ ਆਏ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਸਤਤ ਗਾ ਕੇ ਗਏ। ਧੰਨ ਨਾਨਕ ਤੇਰੀ ਵੱਡੀ ਕਮਾਈ, ਉਹਨਾਂ ਨੇ ਕਿਹਾ। ਸਿੱਧ ਬੋਲਣ ਸ਼ੁਭ ਬਚਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਦੱਸੋ। ਕਹਿੰਦੇ, ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਦੇ ਕਿਸੇ ਅੱਗੇ ਨਹੀਂ ਝੁਕੇ। ਉਹ ਪਾਤਸ਼ਾਹ ਜਿਹਦੇ ਸਾਹਮਣੇ ਕੁੱਲ ਲੁਕਾਈ ਚੁੱਕੀ ਹੋਵੇ, ਉਹ ਆਪ ਜੀਆਂ ਦੇ ਸਾਹਮਣੇ ਕਿਵੇਂ ਝੁਕ ਗਏ? ਆਪ ਜੀਆਂ ਨੂੰ ਮੱਥਾ ਕਿਵੇਂ ਟੇਕ ਦਿੱਤਾ ਉਹਨਾਂ ਨੇ? ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਜਿਨ੍ਹਾਂ ਨੂੰ ਕੁੱਲ ਦੁਨੀਆ ਨੇ ਨਮਸਕਾਰ ਕੀਤੀ, ਐਸੇ ਸਾਹਿਬ ਨੇ ਆਪ ਜੀਆਂ ਨੂੰ ਨਮਸਕਾਰ ਕੀਤੀ। ਸ਼ਹਿ ਟਿੱਕਾ ਦਤੋਸ ਜੀਵਦਾ,
ਬਾਣੀ ਵਿੱਚ ਪੜ੍ਹਨਿਆਂ ਜਿਉਂਦਿਆਂ ਜੀ ਹਯਾਤੀ ਵਿੱਚ ਮੱਥੇ ਤੇ ਟਿੱਕੇ ਮਹਾਰਾਜ ਜੀਆਂ ਨੇ ਗੁਰਤਾ ਗੱਦੀ ਸੌਂਪੀ। ਅੱਗੋਂ ਭਾਈ ਲਹਿਣਾ ਜੀ ਦਾ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਜਿਹੜਾ ਉੱਤਰ ਸੀ ਉਹ ਸਰਵਣ ਕਰਨਾ ਸਾਧ ਸੰਗਤ ਜੀ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ, ਸਿੱਧ ਲੋਕੋ ਤੁਹਾਨੂੰ ਭੁਲੇਖਾ ਹੈ, ਤੁਹਾਨੂੰ ਭਾਰੀ ਭੁਲੇਖਾ ਹੈ। ਕਹਿੰਦੇ ਜੀ ਕੀ? ਕਹਿੰਦੇ ਇੱਕ ਬੱਚਾ ਬਾਹਰ ਖੇਡਦਾ ਹੋਵੇ ਮਿੱਟੀ ਵਿੱਚ, ਸਿਰ ਤੋਂ ਲੈ ਕੇ ਪੈਰਾਂ ਤੱਕ ਮਿੱਟੀ ਵਿੱਚ ਲਿਬੜਿਆ ਹੋਵੇ, ਸਿਰ ਵਿੱਚ ਚੁੱਕ ਕੇ ਆਪਣੇ ਆਪ ਬੁੱਕ ਭਰ ਭਰ ਮਿੱਟੀ ਪਾਈ ਜਾਂਦਾ ਹੋਵੇ, ਲਿਬੜਿਆ ਹੋਵੇ। ਜਦੋਂ ਮਾਂ ਵੇਖਦੀ ਹੈ ਆਣ ਕੇ ਬੱਚੇ ਨੂੰ ਚੁੱਕਦੀ ਹੈ। ਕਹਿੰਦੇ ਇਸੇ ਤਰ੍ਹਾਂ ਲੋਕ ਹੋ ਸਕਦਾ ਵੇਖ ਕੇ ਕਹਿਣ ਮਾਂ ਝੁਕ ਗਈ, ਮਾਂ ਝੁਕੀ ਨਹੀਂ, ਮਾਂ ਨੇ ਤਾਂ ਲਿਬੜਿਆ ਬੱਚਾ ਚੁੱਕਿਆ ਹੈ। ਇਸੇ ਤਰ੍ਹਾਂ ਅਸੀਂ ਵੀ ਲਿਬੜੇ ਪਏ ਸਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਲਿਬੜਿਆ ਨੂੰ ਚੁੱਕਿਆ ਹੈ, ਝੁਕੇ ਨਹੀਂ ਮਹਾਰਾਜ। ਸਾਨੂੰ ਤਾਂ ਡਿੱਗਿਆਂ ਨੂੰ ਚੁੱਕਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਕਹਿੰਦੇ ਮਹਾਰਾਜ ਝੁਕੇ ਨਹੀਂ, ਮਹਾਰਾਜ ਜੀ ਨੇ ਤਾਂ ਸਾਨੂੰ ਬਲ ਕੇ ਚੁੱਕਿਆ ਹੈ, ਝੁਕੇ ਨਹੀਂ ਪਾਤਸ਼ਾਹ। ਤੇ ਐਸੇ ਦੀਨ ਦਿਆਲ ਪਾਤਸ਼ਾਹ ਜੀ ਕੀ ਉਪਮਾ ਭਾਈ ਸੱਤਾ ਭਾਈ ਬਲਵੰਡ ਜੀ ਜਦੋਂ ਕਰਦੇ ਹਨ। ਗੁਰ ਅੰਗਦ ਦੀ ਦੋਹੀ ਫਿਰੀ, ਗੁਰ ਅੰਗਦ ਦੀ ਦੋਹੀ ਫਿਰੀ, ਗੁਰ ਅੰਗਦ ਦੀ ਦੋਹੀ ਫਿਰੀ, ਗੁਰ ਅੰਗਦ ਦੀ ਦੋਈ ਫਿਰੀ। ਸੱਚ ਕਰਤਾ ਬੰਦ ਬਹਾਲੀ, ਸੱਚ ਕਰਤਾ ਬੰਦ ਬਹਾਲੀ, ਸੱਚ ਕਰਤੈ ਬੰਦ ਬਹਾਲੀ, ਸੱਚ ਕਰਤੈ ਬੰਦ ਬਹਾਲੀ। ਐਸੇ ਦੀਨ ਦਿਆਲ ਪਾਤਸ਼ਾਹ ਜੀ ਕੀ ਦੋਹੀ ਸਾਰੇ ਜਗਤ ਵਿੱਚ ਫਿਰੀ। ਫੇਰ ਵਸਾਇਆ ਫੇਰੂਆਣ, ਫੇਰੂਆਣ ਬਾਬਾ ਫੇਰੂ ਮਲ ਜੀ ਦੇ ਪੁੱਤਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਫੇਰ ਵਸਾਇਆ ਫੇਰੂਆਣ ਸਤਿਗੁਰ ਖਡੂਰ। ਖਡੂਰ ਸਾਹਿਬ ਦਾ ਨਾਮ ਉਂਝ ਆਪਾਂ ਖਡੂਰ ਖੱਖਾ ਡੱਡਾ ਤੇ ਰਾਰਾ ਇਸੇ ਤਰ੍ਹਾਂ ਖਡੂਰ ਕਹਿੰਦੇ ਹਾਂ। ਭਾਈ ਸੱਤਾ ਭਾਈ ਬਲਵੰਡ ਜੀਆਂ ਨੇ ਖਡੂਰ, ਸਤਿਕਾਰ ਨਾਲ ਆਪਾਂ ਖਡੂਰ ਸਾਹਿਬ ਨਾਮ ਲੈਨੇ ਹਾਂ। ਉਸ ਨਗਰੀ ਵਿੱਚ ਮਹਾਰਾਜ ਜੀ ਆਣ ਕੇ ਵਸੇ। ਫੇਰ ਵਸਾਇਆ ਫੇਰੂਆਣ ਸਤਿਗੁਰ ਖਡੂਰ। ਜਪ ਤਪ ਸੰਜਮ ਨਾਲ ਤੁਧ ਔਰ ਮੁੱਚ ਗੁਰੂਰ, ਲੱਭ ਵਨਾਹੀ ਮਾਨਸਾ ਜੋ ਪਾਣੀ ਬੂਰ। ਵਰੀਆ ਦਰਗਾ ਗੁਰੂ ਕੀ ਕੁਦਰਤੀ ਨੂਰ, ਜਿਤ ਸੋ ਹੱਥ ਨਾ ਲੱਭਈ ਤੂੰ ਓਠ ਰੂਰ। ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੂਰ, ਨੇੜੈ ਦਿਸੈ ਮਾਤ ਲੋਕ ਤੁਧ ਸੁਝੈ ਦੂਰ। ਫੇਰ ਵਸਾਇਆ ਫੇਰੂਆਣ ਸਤਿਗੁਰ ਖਡੂਰ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ। ਜਦੋਂ ਪਾਵਨ ਪਵਿੱਤਰ ਮਹਾਰਾਜ ਜੀ ਕੀ ਉਪਮਾ ਦੇ ਅੰਦਰ ਬਚਨ ਕੀਤੇ। ਹੋ ਰਿਓ ਗੰਗ ਵਹਾਈਆ ਦੁਨਿਆਈ ਆਖੇ ਕੇ ਕਿਉਣ, ਨਾਨਕ ਈਸਰ ਜਗਨਾਥ ਉਚ ਹੱਦੀ ਵੈਣ ਵਿਰ ਕਿਉਣ। ਮਾਧਾਣਾ ਪਰਬਤ ਕਰ ਨੇਤਰ ਬਾਸਕ, ਸ਼ਬਦ ਰਿੜ ਕਿਉਣ। ਪਾਤਸ਼ਾਹ ਜੀ ਕੀ ਉਪਮਾ ਅੰਦਰ ਸਤਿਕਾਰਯੋਗ ਭਗਤ ਧੰਨਾ ਸਾਹਿਬ ਜੀ, ਉਹਨਾਂ ਦੇ ਵੀ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਅੱਜ ਹਨ। ਭਗਤ ਧੰਨਾ ਸਾਹਿਬ ਜੀ ਕੈਸੇ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਬਾਣੀਕਾਰ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦੀ ਬੋਲੀ ਕਿਹੜੀ ਹੈ ਭਾਈ? ਉਹ ਪੰਜਾਬੀ ਸਮਝੇ, ਹਿੰਦੀ ਸਮਝੇ, ਫਾਰਸੀ ਸਮਝੇ, ਕਿਹੜੀ ਭਾਸ਼ਾ ਸਮਝਦਾ ਹੈ? ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਗੇ ਕਹਿਣ, ਕਹਿੰਦੇ ਲੋਕੋ ਭਾਖਿਆ ਭਾਉ ਅਪਾਰ। ਉਹਦੀ ਜਿਹੜੀ ਭਾਖਿਆ ਹੈ ਉਹ ਭਾਉ ਹੈ, ਉਹ ਪ੍ਰੇਮਾ ਭਗਤੀ ਸਮਝਦਾ ਹੈ ਉਹਨੂੰ। ਹੋਰ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਭਗਤ ਧੰਨਾ ਜੀ ਬਾਬਤ ਅੰਕਿਤ ਕਰਦੇ ਹਨ, ਕਹਿੰਦੇ ਭੋਲਾ ਭਾਉ ਗੋਬਿੰਦ ਮੱਲਾਵਾ, ਭੋਲਾ ਭਾਉ ਗੋਬਿੰਦ ਮੱਲਾਵਾ। ਉਹਨਾਂ ਕੋਲ ਪ੍ਰੇਮਾ ਭਗਤੀ, ਉਹਨਾਂ ਦੇ ਕੋਲ ਭਗਤ ਧੰਨਾ ਜੀ ਦੇ ਪਾਵਨ ਪਵਿੱਤਰ ਬਾਣੀ ਅੰਦਰ ਸਾਧ ਸੰਗਤ ਜੀ ਤਿੰਨ ਸ਼ਬਦ ਹਨ। ਪਿੰਟਾਂਕ ਉਹਨਾਂ ਦੇ ਉੱਥੇ ਅਵਤਰਨ ਹੋਏ ਭਾਈ ਪੰਨਾ ਜੀ ਦੇ ਗ੍ਰਹਿ ਵਿਖੇ ਭਗਤ ਧੰਨਾ ਜੀ ਦੇ। ਹਾੜੀ ਸੌਣੀ ਜੋ ਮਾਲਕ ਦਵੇ ਉਸੇ ਅੰਦਰ ਸ਼ੁਕਰਾਨਾ ਕਰਨ ਵਾਲੇ ਭਗਤ ਧੰਨਾ ਜੀ ਹਨ। ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਤਿੰਨ ਸ਼ਬਦ ਹਨ। ਜਿਵੇਂ ਜਿਵੇਂ ਆਪਾਂ ਪਾਠ ਕਰੀਏ ਅੰਦਰ ਨੂੰ ਤਰਵਾਸ ਮਿਲਦੀ ਹੈ ਉਹਨਾਂ ਮਹਾਂਪੁਰਖਾਂ ਦੇ ਬਚਨਾਂ ਨੂੰ ਪੜ੍ਹ ਕੇ। ਆਸਾ ਰਾਗ ਦਾ ਸ਼ਬਦ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਾਨ ਮਾਨ ਧਨ ਨਹੀਂ ਧੀਰੇ, ਪਹਿਲਾ ਸ਼ਬਦ।
ਦੂਸਰਾ ਸ਼ਬਦ ਮਹਾਂਪੁਰਖਾਂ ਦਾ, ਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ ਬਿਭੈ ਨਾ ਜਾਣਸ ਕੋਈ, ਜੇ ਧਾਵੈ ਖੰਡ ਬ੍ਰਹਮੰਡ ਕੋ ਕਰਤਾ ਕਰੇ ਸੋ ਹੋਈ। ਦੂਸਰਾ ਸ਼ਬਦ ਹੈ। ਤੇ ਤੀਸਰਾ ਸ਼ਬਦ ਆਪ ਸਾਰੀ ਸੰਗਤ ਨੂੰ ਜ਼ਬਾਨੀ ਕੰਠ ਹੈ ਮਹਾਂਪੁਰਖਾਂ ਦਾ ਸ਼ਬਦ। ਜਦੋਂ ਉਹ ਬਚਨ ਕਰਦੇ ਨੇ ਪਰਮਾਤਮਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਮਾਲਕ ਜੀ ਜਿਹੜੇ ਆਪ ਜੀ ਦੇ ਹੋਣ, ਆਪ ਜੀ ਦੀ ਕੀਰਤੀ ਕਰਨ, ਫਿਰ ਤੁਸੀਂ ਵੀ ਉਹਨਾਂ ਦੇ ਕਾਰਜ ਸਵਾਰਦੇ ਹੋ। ਬੇਨਤੀ ਕੀਤੀ ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਮਾਲਕ ਜੀ ਖਾਣ ਪੀਣ ਲਈ ਪ੍ਰਸ਼ਾਦਾ ਪਾਣੀ ਆਟਾ ਚਾਹੀਦਾ, ਦਾਲ ਚਾਹੀਦੀ ਹੈ, ਤੇ ਨਾਲ ਥੋੜਾ ਥਿੰਦਾ ਘਿਓ ਵੀ ਚਾਹੀਦਾ ਹੈ, ਔਰ ਚੱਲਣ ਵਾਸਤੇ ਪੈਰੀ ਜੋੜਾ ਵੀ ਚਾਹੀਦਾ ਹੈ, ਔਰ ਨਾਲ ਹੋਰ ਚੱਲਣ ਵਾਸਤੇ ਘੋੜੀ ਸਫ਼ਰ ਵੀ ਮੈਨੂੰ ਕਰਨ ਵਾਸਤੇ। ਪਨੀਆਂ ਛਾਦਨ ਨੀਕਾ ਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਲਵੇਰੀ ਗਊ ਵੀ ਚਾਹੀਦੀ ਹੈ, ਇੱਕ ਤਾਜਨ ਤੁਰੀ ਚੰਗੇਰੀ। ਤੇ ਅਖੀਰ ਵਿੱਚ ਕਹਿਣ ਲੱਗੇ ਮੇਰੇ ਸਾਹਿਬ ਜੀ ਘਰ ਕੀ ਗੀਹਨ ਚੰਗੀ, ਜਿਹੜੀ ਮੇਰੇ ਲੜ ਲਾਵੇ ਉਹ ਵੀ ਸਮੱਤ ਚੰਗੀ ਮੱਤ ਵਾਲੀ। ਮਾਲਕ ਜੀ ਜੋ ਸੁਪਤਨੀ ਵੀ ਹੋਵੇ ਉਹ ਵੀ ਚੰਗੀ ਮੱਤ ਵਾਲੀ ਹੋਵੇ। ਘਰ ਕੀ ਗੀਹਨ ਚੰਗੀ, ਗੀਹਨ ਦੇ ਅਰਥ ਭਾਵ ਸੁਪਤਨੀ। ਜਨ ਧੰਨਾ ਲੇਵੈ ਮੰਗੀ ਗੋਪਾਲ ਤੇਰਾ ਆਰਤਾ। ਸਾਹਿਬ ਜੀ ਕੀ ਪਾਵਨ ਪਵਿੱਤਰ ਬਾਣੀ ਅੰਦਰ ਬਾਣੀ ਕਰ ਭਗਤ ਧੰਨਾ ਸਾਹਿਬ ਜੀਆਂ ਦੇ ਅੱਜ ਪ੍ਰਕਾਸ਼ ਦਿਹਾੜੇ ਹਨ। ਜੋ ਜਨ ਤੁਮਰੀ ਭਗਤ ਕਰਨ ਤੇ, 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 ਤਿਨ ਕੇ ਕਾਜ ਸਵਾਰਤਾ, 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 ਤਿਨ ਕੇ ਕਾਜ ਸਵਾਰਤਾ। ਸੋ ਸਾਧ ਸੰਗਤ ਜੀ ਪਿਛਲੇ ਅਧਿਆਇਆਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਾਵਨ ਪਵਿੱਤਰ ਬਾਣੀ ਦਰਜ ਕਰਾ ਰਹੇ ਹਨ। ਭਗਤ ਸਾਹਿਬ ਮਹਾਰਾਜ ਜੀ ਦੇ ਕੋਲ ਪਹੁੰਚੇ ਕਾਨਾ ਪੀਲੂ ਛੱਜੂ ਸ਼ਾਹ ਹੁਸੈਨ ਮਹਾਰਾਜ ਜੀ ਨੇ ਇਹਨਾਂ ਨੂੰ ਤੋਰ ਦਿੱਤਾ। ਰਸਤੇ ਜਾਂਦਿਆਂ ਕਾਨੇ ਦੀ ਮੌਤ ਵੀ ਹੋਈ ਏ। ਸਾਰੇ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ ਹਨ। ਕਈ ਵਾਰ ਪਹਿਲਾਂ ਵੀ ਬੇਨਤੀ ਕੀਤੀ ਆਪਣੇ ਅੰਦਰ ਨੂੰ ਸਮਝਾਉਣ ਵਾਸਤੇ। ਪਾਵਨ ਇਹ ਬਚਨ ਆਪ ਜੀਆਂ ਨਾਲ ਵੀ ਦੁਹਰਾ ਰਿਹਾ ਹਾਂ। ਮਹਾਰਾਜ ਜੀਆਂ ਨੇ ਜਿਹੜੇ ਸ਼ਬਦ ਕਹੇ ਹਨ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਜਦੋਂ ਮੰਨ ਲਓ ਵਿਦੇਸ਼ ਕੋਈ ਜਾਏ ਜਾਂ ਕੋਈ ਆਏ ਤੇ ਬੜੇ ਧਿਆਨ ਦੇ ਨਾਲ ਵਿਦੇਸ਼ ਤੋਂ ਆਪਣੇ ਸਕੇ ਸੰਬੰਧੀਆਂ ਵਾਸਤੇ ਬੰਦਾ ਚੀਜ਼ਾਂ ਖਰੀਦ ਕੇ ਲਿਆਉਂਦਾ ਹੈ। ਆ ਮੈਂ ਆਪਣੇ ਪਿਤਾ ਜੀ ਦੇ ਵਾਸਤੇ, ਘਰਦਿਆਂ ਦੇ ਵਾਸਤੇ, ਭਰਾ ਦੇ ਵਾਸਤੇ ਆ ਮੈਂ ਲੈ ਕੇ ਚੱਲਾਂ। ਕੋਈ ਕੀ ਕਹਿੰਦਾ ਹੈ, ਜੇ ਪਿਤਾ ਜੀ ਆਉਣ ਉਹ ਕਹਿੰਦਾ ਮੇਰੇ ਵੱਡੇ ਪੁੱਤਰ ਵਾਸਤੇ ਆ ਖਰੀਦਿਆ, ਛੋਟੇ ਵਾਸਤੇ ਮੈਂ ਖਰੀਦਿਆ। ਮੇਰੇ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ 5-7 ਸਾਲਾਂ ਬਾਅਦ ਅਰਬ ਕੰਟਰੀ ਤੋਂ ਮਹਾਰਾਜ ਜੀ ਵੀ ਆਏ, ਮੱਕੇ ਤੋਂ ਵਾਪਸ ਪਾਤਸ਼ਾਹ ਜੀ ਕਈ ਵਰਿਆਂ ਬਾਅਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਵਿਦੇਸ਼ਾਂ ਤੋਂ। ਮਹਾਰਾਜ ਜੀਆਂ ਦੇ ਘਰ ਦੇ ਅੰਦਰ ਦੋ ਸੁਪੁੱਤਰ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਪਾਤਸ਼ਾਹ ਜੀ ਕੇ ਵਿਹੜੇ ਵਿੱਚ ਖੇਡਦੇ ਹਨ। ਸਤਿਕਾਰਯੋਗ ਭੈਣ ਹਨ ਜਿਨ੍ਹਾਂ ਨੂੰ ਬਹੁਤ ਸਨੇਹ ਪਿਆਰ ਕਰਦੇ ਹਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਪਰ ਇਤਿਹਾਸਕਾਰ ਕਹਿੰਦੇ ਮਹਾਰਾਜ ਘਰਦਿਆਂ ਲਈ ਨਹੀਂ ਕੁਝ ਲੈ ਕੇ ਆਏ। ਮਹਾਰਾਜ ਖਾਲੀ ਹੱਥ ਵੀ ਨਹੀਂ ਆਏ।
ਮਹਾਰਾਜ ਬਾਣੀ ਲੈ ਕੇ ਆਏ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੰਨਾ ਵਾਸਤੇ? ਆਪਣੇ ਸਿੱਖਾਂ ਵਾਸਤੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੇ ਸਿੱਖਾਂ ਵਾਸਤੇ ਕਲਯੁਗ ਦੇ ਸਮੇਂ ਵਿੱਚ ਗੁਰੂ ਕੇ ਸਿੱਖ ਬਾਣੀ ਪੜਨਗੇ, ਇਹ ਬਚਨ ਪੜਨਗੇ ਪਾਵਨ ਪਵਿੱਤਰ ਗੁਰੂ ਕੀ ਬਾਣੀ। ਸੋ ਕਿਤਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਕਲਯੁਗੀ ਜੀਵਾਂ ਦੇ ਉੱਪਰ ਕਿਤਨਾ ਵੱਡੇ ਪਰਉਪਕਾਰ ਕੀਤੇ ਹਨ। ਔਰ ਉਸੇ ਪਾਵਨ ਪਵਿੱਤਰ ਬਾਣੀ ਨੂੰ ਸਾਹਿਬ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਰੱਖਿਅਤ ਵੀ ਕਰ ਰਹੇ ਹਨ, ਤਾਂ ਜੋ ਪਾਵਨ ਪਵਿੱਤਰ ਬਾਣੀ ਵਿੱਚ ਕੋਈ ਵਾਧੂ ਸ਼ਬਦ ਨਾ ਰਲਾ ਧਰੇ। ਗੁਰੂ ਨਾਨਕ ਨਾਮ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕੋਈ ਛਾਪ ਲਾ ਕੇ ਆਪਣੇ ਸ਼ਬਦਾਂ ਦਾ ਵਿੱਚ ਕੋਈ ਹੋਰ ਨਾ ਜੋੜ ਪਾ ਦੇਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ, ਗੁਰੂ ਸਾਹਿਬ ਜੀ ਦੀ ਪਾਵਨ ਬਾਣੀ, ਗੁਰੂ ਕੇ ਸਿੱਖਾਂ ਦੇ ਪਾਵਨ ਪਵਿੱਤਰ ਬਚਨ, ਭਗਤ ਸਾਹਿਬਾਨ ਜਿਨ੍ਹਾਂ ਨੂੰ ਮਹਾਰਾਜ ਜੀਆਂ ਨੇ ਅਥਾਹ ਸਤਿਕਾਰ ਪ੍ਰੇਮ ਮਹਾਰਾਜ ਜੀ ਨੇ ਬਖਸ਼ਿਆ, ਉਹ ਸਤਿਕਾਰਯੋਗ ਭਗਤ ਸਾਹਿਬਾਨ। ਬਾਕੀ ਸਰਵਣ ਆਪ ਜੀਆਂ ਨੇ ਜਿਵੇਂ ਪਿੱਛੇ ਕੀਤਾ, ਕਾਨਾ ਪੀਲੂ ਛੱਜੂ ਸ਼ਾਹ ਹੁਸੈਨ, ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਆਸ਼ੇ ਨਾਲ ਤੁਹਾਡੀ ਬਾਣੀ ਨਹੀਂ ਰਲਦੀ, ਤੁਹਾਡੀ ਬਾਣੀ ਉਲਟ ਹੈ। ਠੀਕ ਕੋਈ ਕਵਿਤਾ ਦਾ ਲੋਕ ਜਾਣੈ ਗੀਤ ਹੈ ਤੋ ਬ੍ਰਹਮ ਵਿਚਾਰ, ਮਹਾਰਾਜ ਕਹਿੰਦੇ ਬਾਣੀ ਗੀਤ ਨਹੀਂ ਹਨੇ ਬ੍ਰਹਮ ਦੀ ਵਿਚਾਰ ਹੈ। ਸੋ ਹੁਣ ਜੋ ਪਾਵਨ ਪਵਿੱਤਰ ਬਾਣੀ ਗੁਰਮੁਖ ਪਿਆਰਿਓ, ਜੋ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਬਾਣੀ ਦੇ ਜੋ ਭੱਟ ਸਾਹਿਬਾਨ ਹਨ, ਜਿਨ੍ਹਾਂ ਦੇ ਸਵਈਏ ਆਪਾਂ ਪਾਵਨ ਪਵਿੱਤਰ ਬਾਣੀ ਭੋਗਾਂ ਵੇਲੇ ਸਾਹਿਬ ਜੀ ਕੇ ਪਾਵਨ ਪਵਿੱਤਰ ਬਚਨ ਪੜ੍ਹਨੇ ਹਾਂ, 123 ਪਾਵਨ ਪਵਿੱਤਰ ਸਵਈਏ ਹਨ। ਔਰ ਇੱਕ ਆਪ ਜੀਆਂ ਨੇ ਹੋਰ ਵੀ ਗਿਆਨੀ ਜੀ ਹੁਣਾਂ ਪਾਸੋਂ ਸਰਵਣ ਕੀਤਾ ਹੋਵੇਗਾ, ਕੱਲੇ ਸਤਿਕਾਰਯੋਗ ਭੱਟ ਸਾਹਿਬਾਨ ਕਵੀ ਨਹੀਂ, ਯੋਧੇ ਵੀ ਹਨ। ਭੱਟ ਮਥਰਾ ਜੀ ਲੋਹਗੜ੍ਹ ਦੀ ਜੰਗ ਅੰਦਰ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਅੰਦਰ ਸ਼ਹੀਦ ਹੋਣ ਵਾਲੇ ਭੱਟ ਮਥਰਾ ਜੀ ਉੱਥੇ ਹਨ, ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਦੇ ਦੀਦਾਰ ਆਪਾਂ ਕਰਨੇ ਹਾਂ। ਜਿਹੜੇ ਸਤਿਕਾਰਯੋਗ ਭੱਟ ਸਾਹਿਬਾਨ ਭੱਟਵਈਆਂ ਦੇ ਵਿੱਚੋਂ ਵੀ ਜੋ ਆਪਾਂ ਵੱਖ-ਵੱਖ ਭੱਟਵਈਆਂ ਦਾ ਇਤਿਹਾਸ ਬਹੁਤਾਤ ਵਿੱਚ ਲਮੇਰਾ ਹੈ। ਕੋਈ ਤਲੌਂਡੇ ਵਾਲੀ ਭੱਟਵਈ, ਵੱਖ-ਵੱਖ ਥਾਵਾਂ ਤੇ ਇਹਨਾਂ ਸਤਿਕਾਰਯੋਗ ਭੱਟਾਂ ਨੇ ਨਿਵਾਸ ਕੀਤਾ, ਜੋ ਜੀਂਦ ਤਥਾ ਭੇਵੇ ਅੰਦਰ ਪ੍ਰਾਤਨ ਸਮੇਂ ਤੋਂ ਪਹਿਲਾਂ ਬੈਠੇ ਸਨ। ਭੱਟ ਸਾਹਿਬਾਨ ਜਿਨ੍ਹਾਂ ਦੇ ਅੰਦਰ ਭਗੀਰਥ ਜੀ ਦੀ 9ਵੀਂ ਕੁੱਲ ਵਿੱਚੋਂ ਭੱਟ ਰਈਆ ਜੀ ਹੋਏ, ਰਈਆ ਜੀ ਦੇ 6 ਪੁੱਤਰ ਹੋਏ, ਭੱਟ ਭਿੱਖਾ ਜੀ, ਭੱਟ ਚੋਖਾ ਜੀ, ਔਰ ਇਹ 6 ਭਰਾ ਹੋਏ ਭੱਟ ਭਿੱਖਾ ਜੀ। ਇਹਨਾਂ ਵਿੱਚੋਂ ਜਿਹੜੇ ਸ਼੍ਰੋਮਣੀ ਨੇ ਉਹ ਸਤਿਕਾਰਯੋਗ ਭੱਟ ਭਿੱਖਾ ਜੀ ਹਨ। ਸਤਿਕਾਰਯੋਗ ਭੱਟ ਭਿੱਖਾ ਜੀ ਦੀ ਆਪਣੀ ਪਾਵਨ ਪਵਿੱਤਰ ਬਾਣੀ ਤੇ ਨਾਲ ਇਹਨਾਂ ਦੇ 3 ਪੁੱਤਰ, ਨਾਲ ਇਹਨਾਂ ਦੇ ਸਤਿਕਾਰਯੋਗ ਭਤੀਜੇ ਭੱਟ ਹਰਬੰਸ ਜੀ, ਭੱਟ ਬਲ ਜੀ, ਭੱਟ ਗਯੰਦ ਜੀ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਉਸਤਤ ਦੇ ਹਿੱਤ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ ਆਏ। ਜਦੋਂ ਇਹਨਾਂ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਰਚਨਾ ਤੇ ਇਹਨਾਂ ਦੇ ਮੁਬਾਰਕ ਇਤਿਹਾਸ ਦੇ ਦੀਦਾਰ ਕਰੀਦੇ ਹਨ, ਨਮਸਕਾਰ ਹੁੰਦੀ ਹੈ ਇਹਨਾਂ ਸਤਿਕਾਰਯੋਗ ਭੱਟ ਸਾਹਿਬਾਨਾਂ ਨੂੰ, ਇਹਨਾਂ ਮਹਾਂਪੁਰਖਾਂ ਨੂੰ ਜਿਨ੍ਹਾਂ ਨੇ ਗੁਰੂ ਦੀ ਉਸਤਤ ਗੁਰੂ ਦੀ ਕੀਰਤੀ ਕੀਤੀ। ਸੋ ਆਓ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਭੱਟ ਸਾਹਿਬਾਨ ਜਿਸ ਪ੍ਰਕਾਰ ਆਉਂਦੇ ਹਨ, ਆਓ ਆਪਾਂ ਪਾਵਨ ਔਰ ਲੜੀਵਾਰ ਇਤਿਹਾਸ ਜਿੱਥੇ ਕੱਲ ਸਮਾਪਤੀਆਂ ਕੀਤੀਆਂ ਸਨ, ਆਓ ਪਾਵਨ ਪਵਿੱਤਰ ਵਿਚਾਰ ਗੁਰੂ ਸਾਹਿਬ ਜੀ ਕੀ ਆਓ ਉੱਥੋਂ ਪ੍ਰਾਰੰਭ ਕਰੀਏ। ਮਨ ਬਿਰਤੀਆਂ ਦੀ ਇਕਾਗਰਤਾ ਲਈ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਲਖਿਓ ਸਮਾ ਤਬ ਬਿਦਾ ਭਗਤੋਏ। ਮਹਾਰਾਜ ਜੀ ਦੇ ਕੋਲ ਸਤਿਕਾਰਯੋਗ ਭਗਤ ਆਏ ਤੇ ਉਹਨਾਂ ਨੇ ਮਹਾਰਾਜ ਜੀਆਂ ਦੇ ਪਾਸੋਂ ਵਧਾਈਗੀ ਲਈ ਹੈ। ਆਪਣੇ ਆਪਣੇ ਥਾਨ ਪਿਆਨ, ਆਪੋ ਆਪਣੀਆਂ ਥਾਵਾਂ ਤੇ ਸਤਿਕਾਰਯੋਗ ਭਗਤ ਸਾਹਿਬਾਨ ਚਲੇ ਗਏ। ਪੁਨ ਆਏ ਸਭ ਬੇਦ ਦੇਹ ਧਰ, ਫਿਰ ਬੇਦ ਮਹਾਰਾਜ ਜੀਆਂ ਦੇ ਕੋਲ ਦੇਹ ਧਾਰ ਕਰਕੇ ਆਏ ਹਨ। ਸ੍ਰੀ ਅਰਜਨ ਕੋ ਬੰਧਨ ਠਾਨ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ
ਮਹਾਰਾਜ ਜੀਆਂ ਨੂੰ ਆ ਨਮਸਕਾਰ ਕੀਤੀ ਹੈ। ਚਾਹਤ ਭੇ ਗੁਰ ਕਰਿਓ ਸੁਚਿਤ ਮੈਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਗੁਰੂ ਧਾਰਨ ਕਰਨ ਦੀ ਚਿੱਤ ਦੇ ਅੰਦਰ ਵਿਚਾਰ ਹੈ। ਅਨੇਕ ਭਾਂਤ ਕੀ ਉਸਤਤ ਠਾਨ। ਸਤਿਗੁਰੂ ਮਹਾਰਾਜ ਜੀ ਦੀ ਨਾਨਾ ਪ੍ਰਕਾਰ ਦੇ ਨਾਲ ਅਨੇਕ ਭਾਂਤ ਨਾਲ ਸਤਿਗੁਰੂ ਮਹਾਰਾਜ ਜੀ ਦੀ ਉਸਤਤ ਕੀਤੀ। ਜਿਸ ਕਾਰਨ ਅਵਤਰੇ ਜਗਤ ਮੈਂ। ਜਿਸ ਕਾਰਨ ਸੰਸਾਰ ਜਗਤ ਦੇ ਅੰਦਰ ਅਵਤਰਨ ਲਿਆ ਹੈ। ਤਿਸ ਕੀ ਉਰ ਅਭਿਲਾਖ ਮਹਾਨ। ਉਹਨਾਂ ਦੀ ਹਿਰਦੇ ਦੀ ਵੱਡੀ ਅਭਿਲਾਖਾ। ਦੋਹਰਾ ਸੁਨ ਸ਼੍ਰੋਤਨ ਸੁਖ ਪਾਏ ਕਰ ਬੂਜੀ ਕਥਾ ਵਿਚਾਰ। श्रोता जना ने जिस वक्त इन्नी बात सुनी है तथा उन्होंने श्रोता जना ने बात पुछना कीती। वेद धरियो नर देह को एकइए विस्तार। महाराज वेदां ने दे धरी ਇਹ ਤੁਸੀਂ ਸਾਨੂੰ ਵਿਸਤਾਰ ਨਾਲ ਦੱਸਣਾ ਕਰੋ ਵੀ ਇਹ ਬਾਤ ਕੀ ਹੋਈ ਹੈ। ਸਵਈਆ ਚੰਦ ਸੁਨੋ ਸਿੱਖ ਸਤਿਗੁਰ ਕੀ ਮਹਿਮਾ। हे ਸਿੱਖੋ ਸਤਕਾਰ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਮਹਿਮਾ ਨੂੰ ਸੁਨਣਾ ਕਰੋ। ਜਿਸ ਤੇ ਮਨ ਬਾਚਤ ਫਲ ਪਾਏ। ਇਸ ਤੋਂ ਮਨ ਵਾਚਤ ਫਲ ਪ੍ਰਾਪਤ ਹੁੰਦੇ ਹਨ। ਸਭ ਬੇਦਨ ਅਵਤਾਰ ਧਰਿਓ ਜਿਮ। ਜਿਸ ਪ੍ਰਕਾਰ ਵੇਦਾਂ ਨੇ ਅਵਤਾਰ ਧਰਨ ਕੀਤਾ ਹੈ ਸੋ ਪ੍ਰਸੰਗ ਸਭ ਦਿਓ ਸੁਨਾਏ। ਉਹ ਪ੍ਰਸੰਗ ਮੈਂ ਆਪ ਜੀ ਦੇ ਨਾਲ ਸਾਂਝ ਪਾ ਰਿਹਾ ਹਾਂ। ਕਾਸ਼ੀ ਬਾਸ ਸ਼ਰੁਤ ਸਭ ਠਾਨਤ। ਇਹਨਾਂ ਨੇ ਜੋ ਕਾਂਸ਼ੀ ਦੀ ਧਰਤੀ ਤੇ ਨਿਵਾਸ ਇਹਨਾਂ ਵੇਦਾਂ ਨੇ ਕੀਤਾ। ਸਭ ਵਿਦਿਆ ਕੋ ਜੈ ਸਮੁਦਾਏ। ਔਰ ਉਸ ਥਾਂ ਤੇ ਜਿੱਥੇ ਸਾਰੀਆਂ ਵਿਦਿਆਵਾਂ ਦਾ ਇਕੱਠ ਭਾਵ ਕਾਂਸ਼ੀ ਦੀ ਧਰਤੀ ਨੂੰ ਮਹਾਨ ਜਿਹੜੀ ਧਰਤੀ ਜਿਸ ਥਾਂ ਨੂੰ ਬੜਾ ਮਹਾਨ ਵਰ ਪ੍ਰਾਪਤ ਹੋਇਆ ਕਾਂਸ਼ੀ ਦੀ ਧਰਤੀ ਨੂੰ ਔਰ ਉਸ ਥਾਂ ਤੇ ਜੋ ਵੱਖ-ਵੱਖ ਵਿਦਿਆਵਾਂ ਦਾ ਵੱਡਾ ਭਾਰੀ ਇਕੱਠ। ਨਿਰਨੇ ਹੋਤ ਬ੍ਰਹਮ ਕੋ ਨਿਤ ਪ੍ਰਤ। ਜਿਸ ਥਾਂ ਤੇ ਬ੍ਰਹਮ ਦੀ ਵਿਚਾਰ ਉਸ ਪਰਿਪੂਰਨ ਪਰਮਾਤਮਾ ਦੇ ਘਰ ਦੀ ਬ੍ਰਹਮ ਦੀ ਵਿਚਾਰ ਦਾ ਨਿਰਣਾ ਹੋਣਾ। ਪੜੇ ਵਿਚਾਰੇ ਬਦ ਬਿਰਧਾਏ। ਔਰ ਜਿਨ੍ਹਾਂ ਨੂੰ ਪੜ ਕਰਕੇ ਵੇਦਾਂ ਨੂੰ ਪੜ ਕਰਕੇ ਬ੍ਰਹਮ ਦੀ ਵਿਚਾਰ ਦੇ ਨਾਲ ਜਿਨ੍ਹਾਂ ਦੀ ਸੋਝੀ ਪੈਂਦੀ ਹੈ। ਵਾਸ ਕਰਤ ਇੱਕ ਸਮੇਂ ਵੇਦ ਤੈ। ਕਹਿੰਦੇ ਉਸ ਥਾਂ ਤੇ ਵਾਸ ਕਰਦਿਆਂ ਹੋਇਆਂ ਇੱਕ ਸਮੇਂ ਵੇਦਾਂ ਨੇ ਅਤ ਸ਼ਹਿਰ ਦੇ ਕੀਨ ਹੰਕਾਰ। ਹਿਰਦੇ ਅੰਦਰ ਇਸ ਗੱਲ ਦਾ ਹੰਕਾਰ ਆਇਆ ਕਿ ਵੇਦ ਕਿੰਨੇ ਹਨ ਸਾਧ ਸੰਗਤ ਵੇਦ ਚਾਰ ਹਨ ਸ਼ਾਮ ਵੇਦ ਰਿਗ ਵੇਦ ਜੁਜਰ ਵੇਦ ਤਥਾ ਅਥਰਵਣ ਵੇਦ। ਇੱਕ ਰੋਜ਼ ਕਹਿੰਦੇ ਚਿੱਤ ਦੇ ਅੰਦਰ ਅਹੰਕਾਰ ਆਇਆ ਹੈ। ਨਿਰਨੋ ਹਮ ਤੇ ਹੋਤ ਬ੍ਰਹਮ ਕੋ। ਕਹਿੰਦੇ ਸਾਡੇ ਕੋਲੋਂ ਜੇ ਕਿਸੇ ਨੇ ਬ੍ਰਹਮ ਸੰਬੰਧੀ ਵਿਚਾਰ ਜਾਣਨੀ ਹੋਵੇ ਅਸੀਂ ਹੀ ਉਹਦਾ ਅਸਲ ਵਿੱਚ ਨਿਰਣਾ ਕਰ ਸਕਦੇ ਹਾਂ। ਕਰੇ ਵਿਚਾਰ ਅਨਸਾਰ ਅਸਾਰ। ਔਰ ਅਸੀਂ ਇਹਦਾ ਸਾਰ ਅਸਾਰ ਦੀ ਅਸੀਂ ਵਿਚਾਰ ਇਹਦੀ ਕਰਦੇ ਹਾਂ। ਨਾ ਤੁਰ ਅੰਧਕਾਰ ਬਿਸਤਰ ਹੈ। ਨਹੀਂ ਤਾਂ ਸੰਸਾਰ ਦੇ ਅੰਦਰ ਭਾਰੀ ਅੰਧਕਾਰ ਹੀ ਰਵੇ। ਹਮ ਤੇ ਜਗਤ ਪ੍ਰਕਾਸ਼ ਉਦਾਰ। ਸਾਰੇ ਜਗਤ ਦੇ ਅੰਦਰ ਅਸੀਂ ਹੀ ਇਹਦਾ ਬ੍ਰਹਮ ਦਾ ਪ੍ਰਕਾਸ਼ ਕਰਦੇ ਹਾਂ। ਅਗਿਆਨੀ ਮਨ ਲਹੇ ਗਿਆਨ ਕੋ। ਔਰ ਸਾਨੂੰ ਪੜ ਕੇ ਹੀ ਜਿਹੜੇ ਅਗਿਆਨੀ ਲੋਕ ਹਨ ਉਹ ਗਿਆਨਵਾਨ ਹੁੰਦੇ ਹਨ। ਪਾਏ ਮੁਕਤ ਕੋ ਬੰਧਨ ਟਾਰ। ਔਰ ਮੁਕਤੀ ਭਾਵ ਗਲੋਂ ਲਾਹ ਕਰਕੇ ਬੰਧਨ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀਆਂ ਦੇ ਘਰੋਂ ਬੰਧਨ ਲਾ ਕੇ ਮੁਕਤੀ ਫਲ ਪ੍ਰਾਪਤ ਹੁੰਦਾ ਹੈ। ਪਾਰ ਬ੍ਰਹਮ ਨੇ ਲਖ ਬੇਦਨ ਗਤ। ਪਰਿਪੂਰਨ ਪਰਮਾਤਮਾ ਜੀ ਨੇ ਵੇਦਾਂ ਦੀ ਇਸ ਗਤ ਨੂੰ ਲਖ ਕਰਕੇ ਜਿਨ ਕੇ ਭਇਓ ਹੰਕਾਰ ਵਿਕਾਰ। ਹਿਰਦੇ ਅੰਦਰ ਇਹ ਵਿਕਾਰ ਰੂਪੀ ਹੰਕਾਰ ਹਿਰਦੇ ਅੰਦਰ ਆਇਆ। ਇਹੀ ਜਨਮ ਦੇ ਜਗ ਮੈਂ ਫਿਰ ਬਸ ਇਹੋ ਹੰਕਾਰ ਹੀ ਤਾਂ ਜਗਤ ਦੇ ਅੰਦਰ ਵਾਰ-ਵਾਰ ਜੰਮਣਾ ਵਾਰ-ਵਾਰ ਦਾ ਮਰਨਾ ਲਾਈ ਰੱਖਦਾ ਹੈ। ਸਕਲ ਵਿਕਾਰਨ ਮੂਲ ਉਦਾਰ। ਔਰ ਸਕਲ ਸਾਰੇ ਵਿਕਾਰਾਂ ਦਾ ਮੂਲ ਇਹੋ ਅਹੰਕਾਰ ਹੈ। ਇਨ ਉਰਤੇ ਅਬ ਕਰੋ ਉਖਾਰਨ। ਹੁਣ ਇਹਨਾਂ ਦੇ ਹਿਰਦੇ ਵਿੱਚੋਂ ਜੋ ਇਹ ਅਹੰਕਾਰ ਹੈ ਇਹਨੂੰ ਉਖਾੜਨਾ ਚਾਹੀਏ। ਕਿਰਪਾ ਸਿੰਧ ਇਸ ਬਿਦ ਉਰ ਧਾਰ। ਪਰਿਪੂਰਨ ਪਰਮਾਤਮਾ ਜੀ ਨੇ ਇਸ ਬਿਦ ਹਿਰਦੇ ਅੰਦਰ
ਅੰਦਰ ਵਿਚਾਰ ਕਰਨਾ ਕੀਤੀ। ਭਈ ਗगन ਬਾਣੀ ਤਬ ਇੱਕ ਕੋ ਫਿਰ ਇਹਨਾਂ ਨੂੰ ਗगन ਬਾਣੀ ਕਾਸ਼ ਬਾਣੀ ਹੋਈ ਹੈ। ਨਰ ਸਰੀਰ ਕੋ ਲਿਓ ਅਵਤਾਰ ਤੇ ਹੁਣ ਤੁਸੀਂ ਆਪਣੇ ਉਧਾਰ ਵਾਸਤੇ ਨਰ ਸਰੀਰ ਤੁਸੀਂ ਧਾਰਨ ਕਰਨਾ ਕਰੋ। ਤੁਮਰੇ ਉਰ ਹੰਕਾਰ ਵਿਕਾਰ ਜੋ ਤੁਹਾਡੇ ਹਿਰਦੇ ਅੰਦਰ ਭਾਰੀ ਅਹੰਕਾਰ ਹੋ ਗਿਆ ਹੈ, ਨਿਸ਼ਫਲ ਕਰੋ ਜਾਨ ਇਮ ਲੈ ਹੋ। ਤੇ ਇਸ ਨੂੰ ਮੈਂ ਤੁਹਾਡੇ ਹਿਰਦੇ ਦੇ ਵਿੱਚੋਂ ਆਕਾਸ਼ਬਾਣੀ ਕਹਿ ਰਹੀ ਹੈ ਵੇਦਾਂ ਨੂੰ, ਜੋ ਤੁਹਾਡੇ ਹਿਰਦੇ ਅੰਦਰ ਅਹੰਕਾਰ ਆਇਆ ਹੈ, ਇਸ ਅਹੰਕਾਰ ਨੂੰ ਜੜੋਂ ਉਖਾੜਨ ਵਾਸਤੇ ਤੁਸੀਂ ਦੇਹ ਧਾਰਨ ਕਰਨਾ ਕਰੋ ਔਰ ਇਹਨੂੰ ਹਿਰਦੇ ਵਿੱਚੋਂ ਨਿਸ਼ਫਲ ਕਰ ਦੇਵੋ। ਗੁਰ ਬਿਨ ਹਿਰਦੇ ਪ੍ਰਕਾਸ਼ ਨਾ ਹੋਵਤ, ਗੁਰੂ ਤੋਂ ਬਿਨਾ ਹਿਰਦੇ ਅੰਦਰ ਪ੍ਰਕਾਸ਼ ਨਹੀਂ ਹੁੰਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿ। ਮਹਾਰਾਜ ਜੀ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪਾਵਨ ਦਿਹਾੜਾ ਹੈ ਔਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ, ਜੀ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਸੂਰਜ ਹਜ਼ਾਰਾਂ ਚੜ ਜਾਣ, ਇੱਕ ਸੂਰਜ ਜਿਹਦਾ ਸਾਰੇ ਪਾਸੇ ਪ੍ਰਕਾਸ਼ ਹੈ। ਮਹਾਰਾਜ ਕਹਿੰਦੇ ਜੇ 100 ਚੰਦਾ ਸੈਂਕੜੇ ਹੀ ਚੰਦਰਮਾ ਚੜ ਜਾਣ, ਸੂਰਜ ਚੜਾ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਜਿਹੜਾ ਗਿਆਨ, ਜਿਹੜਾ ਹਨੇਰਾ ਗੁਰੂ ਨੇ ਦੂਰ ਕਰਨਾ ਭਾਈ, ਇਹਨਾਂ ਪਾਸੋਂ ਦੂਰ ਨਹੀਂ ਹੋਣਾ। ਸਾਹਿਬ ਪ੍ਰਮਾਤਮਾ ਨੇ ਤਿਨਾਂ ਨੂੰ ਕਿਹਾ, ਕਹਿਣ ਲੱਗੇ ਤੁਹਾਡੇ ਹਿਰਦੇ ਅੰਦਰ ਜੋ ਅਹੰਕਾਰ ਹੈ ਇਹ ਦੂਰ ਕਰਨ ਹਿਤ ਤੁਸੀਂ ਦੇਹ ਧਾਰੋ। ਗੁਰੂ ਤੋਂ ਬਿਨਾ ਹਿਰਦੇ ਅੰਦਰ ਪ੍ਰਕਾਸ਼ ਨਹੀਂ ਹੋ ਸਕਦਾ। ਜਾਂ ਤੇ ਮੂਲ ਸਤਿਗੁਰੂ ਦੇਹੋ, ਔਰ ਇਸ ਕਾਰਨ ਤੁਸੀਂ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨ ਪਰਸਨਾ ਕਰੋ। ਤੁਮਰੋ ਖੇਦ ਬਿਨਸ ਕਰ ਜਾਵੇ, ਔਰ ਤੁਹਾਡਾ ਜਿਹੜਾ ਇਹ ਖੇਦ ਹੈ ਅਹੰਕਾਰ ਦਾ, ਇਹ ਬਿਨਸ ਜਾਏਗਾ। ਕਰੋ ਗੁਰੂ ਜਿਤ ਕਿਤ ਦ੍ਰਿਸ਼ਟੇ ਹੋ, ਕਿਤੇ ਵੀ ਤੁਹਾਨੂੰ ਦਿਖਾਈ ਦੇਵੇ ਤੁਸੀਂ ਜਾ ਕੇ ਗੁਰੂ ਧਾਰਨ ਕਰੋ। ਸਤਿਗੁਰ ਬਿਨਾ ਨਾ ਸ਼ਾਂਤੀ ਪਈ, ਸਤਿਗੁਰੂ ਤੋਂ ਬਿਨਾ ਕਿਸੇ ਪ੍ਰਕਾਰ ਤੁਹਾਨੂੰ ਸ਼ਾਂਤੀ ਨਹੀਂ ਨਸੀਬ ਹੋ ਸਕਦੀ। ਜਾਂ ਤੇ ਬਨੋ ਸਿੱਖ ਹਿਤ ਦਿਓ, ਔਰ ਇਸ ਕਾਰਨ ਤੁਸੀਂ ਜਾ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਿੱਖ ਬੰਨਣਾ ਕਰੋ। ਇੱਕ ਇੱਕ ਵੇਦ ਚਤੁਰ ਬਪ ਧਾਰੋ, ਇੱਕ ਇੱਕ ਵੇਦ ਚਾਰ ਚਾਰ ਸਰੀਰ ਧਾਰਨ ਕਰੋ। ਬ੍ਰਹਮਾ ਤੁਮ ਸੰਗ ਨਰ ਤਨ ਪਾਏ, ਔਰ ਬ੍ਰਹਮਾ ਜੀ ਵੀ ਤੁਹਾਡੇ ਸੰਗ ਇਹ ਤਨ ਪਾਉਣਗੇ। ਰਚਕ ਸਦਾ ਹੋਤ ਜਿਤ ਕਿਤ ਏ, ਔਰ ਜਿੱਥੇ ਕਿਤੇ ਵੀ ਲੋੜ ਹੋਈ ਏ ਤੁਹਾਡੀ ਰੱਖਿਆ ਕਰਨਗੇ। ਤੁਮਰੋ ਬਿਗਨ ਸਕਲ ਬਿਨਸਾਏ, ਔਰ ਤੁਹਾਡਾ ਜਿਹੜਾ ਵਿਗਨ ਹੈ ਇਹ ਸਰਬ ਪ੍ਰਕਾਰ ਇਹ ਬ੍ਰਹਮਾ ਜੀ ਦੂਰ ਕਰ ਦੇਵਣਗੇ। ਗगन ਗਿਰਾ ਇਮ ਕਯੋ ਮੌਨ ਪੁਨ, ਔਰ ਕਹਿੰਦੇ ਗगन ਬਾਣੀ ਇਹ ਹੋਈ, ਗगन ਪਾਉਣ ਨੇ ਬਸ ਇੰਨੀ ਗੱਲ ਕਹੀ ਹੈ ਕਿ ਬ੍ਰਹਮਾ ਜੀ ਵੀ ਤੁਹਾਡੇ ਸੰਗ ਹੋਵਣਗੇ। ਔਰ ਜਿਹੜੀ ਉਹ ਆਵਾਜ਼ ਉਹ ਮੌਨ ਹੋ ਗਈ। ਸੁਨ ਸਭ ਵੇਦ ਰਹੇ ਬਿਸਮਾਏ, ਕਰਕੇ ਸਾਰੇ ਹੀ ਬਿਸਮਾਦ ਚੁੱਪ ਕਰ ਗਏ। ਕਮਲਜ ਸਹਿਤ ਵਿਚਾਰਨ ਕਰਕੇ, ਸਾਰਿਆਂ ਨੇ ਇਸ ਪ੍ਰਕਾਰ ਬ੍ਰਹਮਾ ਜੀ ਸੰਗ ਵਿਚਾਰ ਕਰਕੇ ਚਿਤ ਅਵਤਰੇ ਸਰੂਪ ਬਣਾਏ, ਔਰ ਚਿਤ ਅਵਤਰੇ ਸੰਸਾਰ ਤੇ ਇਹਨਾਂ ਨੇ ਸਰੂਪ ਧਾਰਨ ਕੀਤਾ। ਇੱਕ ਇੱਕ ਵੇਦ ਚਤੁਰ ਬਪ ਧਾਰੇ, ਵੇਦ ਨੇ ਚਾਰ ਚਾਰ ਸਰੀਰ ਧਾਰਨ ਕੀਤੇ ਹਨ। ਪ੍ਰਗਟ ਨਾਮ ਤਿਨ ਕਉ ਅਸੰਸ, ਔਰ ਉਹਨਾਂ ਦੇ ਨਾਮ ਭਾਈ ਜੀ ਲਿਖਦੇ, ਕਵੀ ਜੀ ਲਿਖਦੇ, ਆਪ ਜੀ ਨਾਲ ਮੈਂ ਸਾਂਝ ਪਾਉਂਦਾ ਹਾਂ। ਪੂਰਨ ਸ਼ਾਮ ਵੇਦ ਕੇ ਏਪੇ, ਸ਼ਾਮ ਵੇਦ ਦੇ ਵਿੱਚੋਂ ਜਿਹੜੇ ਤਨ ਧਾਰਨ ਕੀਤੇ ਹਨ। ਮਥੁਰਾ ਜਾਲਪ ਬਲ ਹਰਬੰਸ, ਇਹਨਾਂ ਵਿੱਚੋਂ ਭੱਟ ਮਥੁਰਾ ਜੀ, ਜਾਲਪ ਜੀ, ਭੱਟ ਬਲ ਜੀ ਤਥਾ ਭੱਟ ਹਰਬੰਸ ਜੀ, ਇਹ ਸ਼ਾਮ ਵੇਦ ਵਿੱਚੋਂ। ਸੋ ਭਾਵਾਂ ਕਿ ਵੱਖ-ਵੱਖ ਵਿਦਵਾਨਾਂ ਦੀ ਵਿਚਾਰ ਵੀ ਹੈ। ਭਾਵਾਂ ਕਿ ਭਾਈ ਜੀ ਕਵੀ ਜੀ ਹੁਣਾਂ ਨੇ 17 ਭੱਟਾਂ ਦੇ ਨਾਮ ਗਿਣੇ ਹਨ, ਕਿਉਂਕਿ ਕੁਝ ਜਿਵੇਂ ਭੱਟ ਕਲਸਹਾਰ ਜੀ, ਇਹਨਾਂ ਦੇ 2-3 ਨਾਮ ਪਾਵਨ ਪਵਿੱਤਰ ਬਾਣੀ ਰਚਨਾ ਦੇ ਅੰਦਰ ਆਉਂਦੇ ਹਨ। ਸਤਿਗੁਰੂ ਮਹਾਰਾਜ ਜੀ ਕੀ ਪਾਵਨ ਬਾਣੀ ਅੰਦਰ ਕਿਸੇ ਮਹਾਂਪੁਰਖ ਦੀ ਇੱਕ ਪੰਕਤੀ ਆਈ, ਉਹਨਾਂ ਦਾ ਵੀ ਸਤਿਕਾਰ ਉਤਨਾ। ਭਗਤ ਸੂਰਦਾਸ ਜੀ, ਛਾੜ ਮਨ ਬਿਮੁਖਣ ਕੋ ਸਾ।
ਜਦੋਂ ਪਾਵਨ ਪਵਿੱਤਰ ਆਪਾਂ ਬਚਨ ਉਹਨਾਂ ਦੇ ਪੜ੍ਹਨੇ ਆ, ਭਾਵੇਂ ਇੱਕ ਪੰਕਤੀ ਹੋਵੇ, ਭਾਵੇਂ 5 ਸ਼ਬਦ, ਜਾਂ ਭਾਵੇਂ ਸਤਿਕਾਰਯੋਗ ਮਹਾਂਪੁਰਖ ਬਾਬਾ ਕਬੀਰ ਸਾਹਿਬ ਜੀ ਦੇ, ਭਗਤ ਜੀ ਦੇ, ਜਾਂ ਭੱਟ ਸਾਹਿਬਾਨਾਂ ਦੇ, ਸਾਰੇ ਹੀ ਸਤਿਕਾਰਯੋਗ ਆਪਾਂ ਨਮਸਕਾਰ ਕਰਨੇ ਹਾਂ। ਇਹਨਾਂ ਸਤਿਕਾਰਯੋਗ ਸਮੂਹ ਭੱਟਾਂ ਦੇ ਵਿੱਚੋਂ ਜਿੱਥੇ 123 ਪਾਵਨ ਪਵਿੱਤਰ ਸਵਈਏ ਦਰਸ਼ਨ ਕਰਨੇ ਹਾਂ, ਜਦੋਂ ਬਾਣੀ ਪੜਾਂਗੇ ਇਤਨੇ ਪ੍ਰੇਮ ਦੇ ਨਾਲ, ਭਾਵਾਂ ਕਿ ਜਦੋਂ ਪੜੀਏ ਤੇ ਜਾਪਦਾ ਪਾਵਨੇ ਬੋਲ ਮਹਿੰਗੇ ਹਨ, ਪਰ ਇਹਨਾਂ ਨੇ ਮਾਲਕ ਦੀ ਉਸਤਤੀ ਕਿਆ, ਕਿਸ ਵਿਦ ਮਾਲਕ ਦੀ ਉਸਤਤੀ, ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲੈਣਾ ਥਾਪ ਜੋਤ ਜਗਧਾਰੀ, ਲੈਣਾ ਪੰਥ ਧਰਮ ਕਾ ਕੀਆ, ਅਮਰਦਾਸ ਪੱਲੇ ਕੋ ਦੀਆ। ਬੜੀ ਨਾਨਾ ਪ੍ਰਕਾਰ ਨਾਲ ਉਸਤਤ ਕੀਤੀ ਗੁਰਦੇਵ ਜੀ ਕੀ। ਭੱਟ ਕਲਸਹਾਰ ਜੀ ਦੇ ਲਗਭਗ ਜਿਹੜੇ 55 ਦੇ ਕਰੀਬ ਜੋ ਪਾਵਨ ਪਵਿੱਤਰ ਸਵਈਏ ਹਨ, ਭੱਟ ਕਲਸਹਾਰ ਜੀ ਦੇ ਹਨ 123 ਵਿੱਚੋਂ 11 ਜੋ, ਕਿਉਂਕਿ ਮੈਂ ਇਹ ਬੇਨਤੀ ਤਾਂ ਕਰ ਰਿਹਾ ਕਿਉਂਕਿ ਨਾਵਾਂ ਦਾ ਕਈ ਵਾਰੀ ਫਰਕ ਜਾਪਦਾ ਹੈ। ਭੱਟ ਕਲਸਹਾਰ ਜੀ ਦੇ 2-3 ਨਾਮ ਜੋ ਪਾਵਨ ਪਵਿੱਤਰ ਇਹਨਾਂ ਦੇ ਮੁਬਾਰਕ ਬਚਨਾਂ ਵਿੱਚ ਆਏ ਹਨ, ਜਿੱਥੋਂ ਥੋੜਾ ਜਿਹਾ ਕਈ ਵਾਰੀ ਭੇਦ ਜਾਪਦਾ ਹੈ ਪੜਨ ਵਾਲੇ ਨੂੰ, ਸਰੋਤਾ ਜਨ ਨੂੰ। ਸੋ ਭੱਟ ਮਥਰਾ ਜੀ, ਜਾਲਪ ਭੱਟ, ਬਲ ਭੱਟ, ਹਰਬੰਸ ਜੀ ਸ਼ਾਮ ਵੇਦ ਵਿੱਚੋਂ ਹੋਵੇ। ਪੁਨ ਰਿਗ ਬੇਦ ਕਲ ਜਲ ਨਲ ਤ੍ਰੈ, ਕਲ ਸਹਾਰ ਚੌਥੋ ਗਿਨ ਅੰਸ। ਔਰ ਰਿਗ ਵੇਦ ਵਿੱਚੋਂ ਭੱਟ ਕਲ ਜੀ, ਭੱਟ ਜਲ ਜੀ, ਔਰ ਇਸ ਵਿਦ ਕਲਸਹਾਰ ਜੀ ਚੌਥੇ ਹੋਏ ਹਨ। ਭਏ ਜੁਜਰ ਕੇ ਟਲ ਸਲ ਪੁਨ ਜਲ ਪਲ ਉਪਜੇ ਦਿਜ ਬੰਸ। ਔਰ ਇਹ ਜੁਜਰ ਵੇਦ ਦੇ ਵਿੱਚੋਂ ਸ਼ਾਮ ਵੇਦ, ਰਿਗ ਵੇਦ, ਤੀਸਰੇ ਜੁਜਰ ਵੇਦ ਦੇ ਵਿੱਚੋਂ ਟਲ ਜੀ, ਸਲ ਜੀ, ਜਲ, ਭਲ ਜੋ ਦਿਜ ਬੰਸ, ਬ੍ਰਾਹਮਣ ਬੰਸ, ਕਿਉਂਕਿ ਜੋ ਬੰਸ ਸੀ ਇਹਨਾਂ ਦਾ ਸਾਧ ਸੰਗਤ ਜੀ ਬ੍ਰਾਹਮਣ ਬੰਸ ਦੇ ਵਿੱਚੋਂ ਸਨ। ਬੌਰ ਅਥਰ ਬਣ ਦਾਸ ਅਰ ਕੀਰਤ, ਗਿਨ ਗੇਅੰਦ ਸਦ ਰੰਗ ਸੁਚਾਰੇ। ਔਰ ਅਥਰਬਣ ਵੇਦ ਦੇ ਵਿੱਚੋਂ ਜੋ ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੇ ਸਤਿਕਾਰਯੋਗ ਭੱਟ ਸਾਹਿਬਾਨ ਹੋਏ, ਅਥਰਬਣ ਵੇਦ ਵਿੱਚੋਂ ਭੱਟ ਕੀਰਤ ਜੀ, ਗੋਇੰਦ ਜੀ, ਸਦਰੰਗ, ਕਿਉਂਕਿ ਜੋ ਇਹ ਨਾਮ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤੇ ਹਨ। ਅਥਰਬਣ ਵੇਦ ਵਿੱਚੋਂ ਇਹ ਹੋਏ ਹਨ। ਕਮਲਾਸਨ ਕੋ ਭਿੱਖਾ ਨਾਮ ਸੋ। ਕਮਲਾਸਨ ਭਾਵ ਬ੍ਰਹਮਾ ਜੀ ਦੇ ਵਿੱਚੋਂ ਜੋ ਸ਼੍ਰੋਮਣੀ ਹਨ, ਕਿਉਂਕਿ ਸਤਿਕਾਰਯੋਗ ਭੱਟ ਭਿੱਖਾ ਜੀ ਸਾਰਿਆਂ ਵਿੱਚੋਂ 6 ਭਰਾਵਾਂ ਵਿੱਚੋਂ ਭੱਟ ਭਿੱਖਾ ਜੀ ਵੱਡੇ ਵੀ ਨੇ। ਇਹਨਾਂ ਦੇ ਭੱਟ, ਇਹਨਾਂ ਤੋਂ ਛੋਟੇ ਭਰਾ ਨੇ ਇਹਨਾਂ ਦੇ ਭੱਟ ਭਿੱਖਾ ਜੀ ਦੇ ਭੱਟ ਚੋਖਾ ਜੀ, ਉਹਨਾਂ ਦੇ ਸਤਿਕਾਰਯੋਗ ਜਿਹੜੇ ਪੁੱਤਰ ਹਨ ਭੱਟ ਚੋਖਾ ਜੀ ਦੇ, ਉਹਨਾਂ ਦੀ ਪਾਵਨ ਪਵਿੱਤਰ ਬਾਣੀ, 3 ਇਹਨਾਂ ਦੇ ਭੱਟ ਭਿੱਖਾ ਜੀ ਦੇ, 3 ਇਹਨਾਂ ਦੇ ਪੁੱਤਰ ਆਪਣੇ, ਔਰ ਇਹਨਾਂ ਦੇ ਸਤਿਕਾਰਯੋਗ ਭਤੀਜੇ ਜੋ ਮਹਾਰਾਜ ਜੀ ਦੇ ਕੋਲ ਹਾਜ਼ਰ ਹੋਏ, ਭੱਟ ਮਥਰਾ ਜੀ, ਔਰ ਉਹ ਤਾਂ ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਰਣ ਤੱਤੇ ਅੰਦਰ ਜੂਝ ਕਰਕੇ ਸ਼ਹਾਦਤ ਦੇ ਜਾਮ ਪੀਤੇ ਹਨ। ਸੋ ਇਹ ਸਤਿਕਾਰਯੋਗ ਭੱਟ ਇਕੱਤਰ ਹੋਏ ਹਨ। ਇਨ ਸਭ ਤੇ ਪਾ ਅਧਿਕ ਉਦਾਰ। ਭਿੱਖਾ ਜੀ ਇਹਨਾਂ ਸਾਰਿਆਂ ਦੇ ਵਿੱਚੋਂ ਸ਼੍ਰੋਮਣੀ ਗਿਣਨਾ ਕਰੋ। ਵਿਪਰ ਸਰੀਰ ਪਾਟ ਪਈ ਸੰਗਿਆ। ਔਰ ਇਹ ਵਿਪਰ ਸਰੀਰ ਭਾਵ ਇਹ ਬ੍ਰਾਹਮਣ ਭਾਵ ਵੰਸ਼ ਦੇ ਵਿੱਚੋਂ ਸਨ। ਵੱਡੇ ਬੈਸ ਮੇ ਪੇ ਇੱਕ ਸਾਰ। ਔਰ ਇੱਕ ਸਾਰ ਹੋ ਕਰਕੇ ਹੋਏ ਇਕੱਤਰ ਲਗੇ ਗੁਰ ਖੋਜਨ। ਇਹ ਹੁਣ ਸਾਰੇ ਇਕੱਠੇ ਹੋ ਕਰਕੇ ਗੁਰੂ ਨੂੰ ਖੋਜਣ ਲੱਗੇ, ਗੁਰੂ ਕੀ ਭਾਲ ਵਿੱਚ ਚੜੇ ਹਨ। ਦੇਸ਼ ਵਿਦੇਸ਼ਨ ਮੈਂ ਹਿਤ ਧਾਰ। ਦੇਸ਼ਾਂ ਵਿਦੇਸ਼ਾਂ ਅੰਦਰ ਹਿਤ ਧਾਰ ਕੇ ਕਾਦੇ ਲਈ? ਗੁਰੂ ਕੀ ਖੋਜ ਹਿਤ। ਪੰਥ ਜਿਤੇ ਜਗ ਵਿਖੇ ਪਰ ਬ੍ਰਿਤੇ। ਔਰ ਕਹਿੰਦੇ ਜਿਥੇ ਕਿਤੇ ਵੀ ਭਾਵ ਨਾਨਾ ਪ੍ਰਕਾਰ ਰਸਤਿਆਂ ਤੇ ਸਭ ਕੇ ਨਿਕਟ ਕਰਤ ਪ੍ਰਸਥਾਨ। ਸਾਰਿਆਂ ਦੇ ਕੋਲ ਇਹਨਾਂ ਨੇ ਪ੍ਰਸਥਾਨ ਜਾਣਨਾ ਕੀਤਾ ਹੈ। ਗਿਰੀਪੁਰੀ ਆਦਿਕ ਸਨਿਆਸੀ। ਵੱਖ-ਵੱਖ ਥਾਵਾਂ ਤੇ ਇਹ ਪਹੁੰਚੇ ਹਨ। ਕੀ ਸੰਨਿਆਸੀ ਕੀ ਜਿਹੜੇ ਮੁਨੀ ਦਿਗੰਬਰ ਸਾਰਿਆਂ ਦੇ ਪਾਸ। ਤਿਨ ਤੇ ਸੁਨੇ ਬੈਨ ਹਿਤ ਠਾਨ। ਉਹਨਾਂ ਕੋਲ ਵੀ ਇਹ ਪਹੁੰਚੇ, ਉਹਨਾਂ ਕੋਲੋਂ ਵੀ ਜਾ ਕੇ ਉਹਨਾਂ ਦੇ ਬੈਨ ਉਹਨਾਂ ਦੇ ਬਚਨ ਵੀ ਸੁਣੇ ਹਨ। ਯੋਗ ਅਭਿਆਸੀ ਅਰ ਕੰਨ ਪਾਟੇ। ਯੋਗ ਅਭਿਆਸ ਕਰਨ ਵਾਲੇ ਕੰਨ ਪਾਟੇ ਜੋਗੀਆਂ ਦੇ ਪਾਸ ਵੀ ਗਏ ਹਨ। ਦੋਨੋਂ ਟਿਗ ਕੀਏ ਸੰਗ ਮਹਾਨ। ਬੜਾ ਚਿਰ ਉਹਨਾਂ ਪਾਸ ਵੀ ਪਹੁੰਚੇ ਹਨ। ਬ੍ਰਹਮਚਾਰੀ
ਤਪਸੀ ਬੈਰਾਗੀ ਕਿਹੜੇ ਬ੍ਰਹਮਚਾਰੀ ਤਪਸਵੀ ਤਥਾ ਬੈਰਾਗੀਆਂ ਦੇ ਕੋਲ ਅਪਰ ਕਿਤਕ ਕੋ ਕਰੇ ਬਖਾਨ ਹੋਰ ਵੀ ਜਿਨ੍ਹਾਂ ਦੀ ਭਾਵ ਕਵੀ ਜੀ ਲਿਖਦੇ ਕਿਤਨਿਆਂ ਕੁ ਦੀ ਭਾਵ ਗਿਣਤੀ ਕਰੀਏ ਜਿਨ੍ਹਾਂ ਨੂੰ ਇਹ ਗੁਰੂ ਭਾਵ ਤੱਕਣ ਵਾਸਤੇ ਗਏ ਪਰਖਦੇ ਸਨ ਵਾਪਸ ਆ ਜਾਂਦੇ ਸਨ ਵੇਖ ਕੇ ਕਹਿੰਦੇ ਨਹੀਂ ਇਹ ਵੀ ਸਾਡੇ ਗੁਰੂ ਨਹੀਂ ਹੋ ਸਕਦੇ। ਭਾਵ ਇਸ ਵਿਦ ਇਹ ਟੋਲਦੇ ਰਹੇ ਹਨ ਸਤਿਗੁਰੂ ਮਹਾਰਾਜ ਜੀ ਨੂੰ। ਸੰਮਤ ਏਕ ਫਿਰੇ ਜਗ ਖੋਜਤ 1 ਸਾਲ ਦੇ ਕਰੀਬ ਕਹਿੰਦੇ ਇਹਨਾਂ ਨੂੰ ਸਮਾਂ ਲੱਗਾ 1 ਸਾਲ ਦੇ ਕਰੀਬ ਗੁਰੂ ਨੂੰ ਖੋਜਦਿਆਂ ਹੋਇਆ। ਜੇ ਸਾਧਿਕ ਪਰਲੋਕ ਉਦਾਰ ਕੋਲੋਂ ਪਰਲੋਕ ਦਾ ਲੋਕ ਪਰਲੋਕ ਦਾ ਜਿਨ੍ਹਾਂ ਦੇ ਕੋਲੋਂ ਸਾਹਿਬ ਦੇ ਘਰੋਂ ਸੇਧ ਮਿਲ ਜਾਏ 1 ਸਾਲ ਇਹ ਖੋਜਦੇ ਰਹੇ ਹਨ। ਕਹਿ ਨਿਜ ਬਚਨ ਸ਼ਾਂਤ ਦੇ ਚਿੱਤ ਕੋ ਉਹ ਆਪਣੇ ਨਿਜ ਬਚਨ ਕਹਿ ਕਰਕੇ ਹਿਰਦੇ ਨੂੰ ਸ਼ਾਂਤੀ ਬਖਸ਼ ਦਵੇ। ਐਸੋ ਕਤਹੁ ਨਹੀਂ ਨਿਹਾਰ ਹਿਰਦੇ ਜਿਹਾ ਕੋਈ ਵੀ ਨਾ ਮਿਲਿਆ ਕਿਤੋਂ ਵੀ ਨਾ ਮਿਲਿਆ ਜਿਹੜਾ ਅੰਦਰ ਨੂੰ ਸ਼ਾਂਤੀ ਦੇ ਸਕੇ। ਜਦੋਂ ਆਪਾਂ ਪਾਵਨ ਬਚਨ ਪੜ੍ਹਨੇ ਹਾਗਾ ਉਸ ਦਾ ਸਵਈਆ ਪਾਵਨ ਪਵਿੱਤਰ ਸਵਈਏ ਵੀ ਅੰਕਿਤ ਕੀਤੇ ਹਨ। ਰਹੋ ਸੰਤ ਹੋ ਟੋਲਾ ਰਹੋ ਸੰਤ ਹੋ ਟੋਲਾ ਰਹਿਓ ਸੰਤ ਹੋ ਟੋਲ ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿਠੇ ਸਾਧ ਬਹੁ ਤੇਰੇ ਡਿਠੇ ਸਾਧ ਬਹੁ ਤੇਰੇ ਡਿਠੇ ਸਾਧ ਬਹੁ ਤੇਰੇ ਡਿਠੇ। ਕਹਿੰਦੇ 1 ਸਾਲ ਲੱਭਦੇ ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿਠੇ ਸੰਨਿਆਸੀ ਤਪੱਸਿਆ ਮੁਖੋਂ ਇਹ ਪੰਡਿਤ ਮਿੱਠੇ। ਕਹਿੰਦੇ ਬੜਾ ਚਿਰ ਨਾਨਾ ਸਮਾਂ ਖੋਜਦੇ ਰਹੇ ਪਰ ਕਿਤੋਂ ਵੀ ਨਾ ਪ੍ਰਾਪਤੀ ਹੋਈ। ਉਹ ਆਪਾਂ ਪਾਵਨ ਬਚਨ ਅਗਾਂ ਦਰਸ਼ਨ ਕਰਾਂਗੇ। ਸੋ ਇਸ ਪ੍ਰਕਾਰ ਇਹ ਲੰਮਾ ਸਮਾਂ ਸਾਧ ਸੰਗਤ ਜੀਓ ਇਸ ਵਿਦ ਇਹ ਸੱਚ ਦੇ ਖੋਜ ਦੇ ਉੱਪਰ ਚੜੇ ਰਹੇ ਹਨ। ਦੇਸ਼ ਵਿਦੇਸ਼ਨ ਸਗਰੇ ਫਿਰ ਕਰ ਦੇਸ਼ਾਂ ਵਿਦੇਸ਼ਾਂ ਵਿੱਚ ਵੱਖ-ਵੱਖ ਥਾਵਾਂ ਤੇ ਫਿਰ ਕਰਕੇ ਭਏ ਉਦਾਸ ਗਏ ਜਬ ਹਾਰ ਉਦਾਸ ਹੋ ਗਏ ਹਾਰ ਗਏ ਹਨ। ਉਤਰਿਓ ਗਰਭ ਆਏ ਹਮ ਜਗ ਮੈਂ। ਕਹਿੰਦੇ ਹੁਣ ਜਿਹੜਾ ਹਿਰਦੇ ਦਾ ਅਹੰਕਾਰ ਸੀ ਨਾ ਉਹ ਦੂਰ ਹੋਇਆ। ਜਿਹੜਾ ਹਿਰਦੇ ਦਾ ਸਾਹਿਬ ਜੀ ਨੇ ਹਿਰਦੇ ਦਾ ਜਿਹੜਾ ਅਹੰਕਾਰ ਸੀ ਉਹ ਹਿਰਦੇ ਦਾ ਅਹੰਕਾਰ ਦੂਰ ਹੋਇਆ ਹੈ। ਤਉ ਨਾ ਦੇਖਿਓ ਬਿਨਾ ਵਿਕਾਰ ਕਹਿੰਦੇ ਫਿਰ ਇਹਨਾਂ ਦੇ ਹਿਰਦੇ ਦੇ ਅੰਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਿਹੜਾ ਹਿਰਦੇ ਅੰਦਰ ਅਹੰਕਾਰ ਇਹ ਦੂਰ ਹੋਇਆ। ਖੋਜ ਰਹੇ ਹਨ ਪੂਰਨ ਗੁਰੂ ਨੂੰ ਪਰ ਕੋਈ ਵੀ ਐਸਾ ਨਾ ਮਿਲਿਆ ਜੋ ਪੂਰਨ ਹੋਵੇ। ਭਾਵ ਜਦੋਂ ਅੰਦਰ ਨੂੰ ਸ਼ਾਂਤੀ ਨਸੀਬ ਹੋ ਸਕਦੀ ਹੋਵੇ। ਜਾਂ ਤੇ ਸਤਿਗੁਰ ਸਭ ਤੇ ਦੀਰਘ ਇਸ ਕਾਰਨ ਸਾਰਿਆਂ ਦੇ ਵਿੱਚੋਂ ਸਤਿਗੁਰੂ ਜੀ ਸਾਰਿਆਂ ਤੋਂ ਸ਼੍ਰੋਮਣੀ ਹਨ। ਜਿਨ ਕੇ ਮਿਲਤ ਸ਼ਾਂਤ ਚਿਤ ਪਾਏ ਮਿਲ ਕਰਕੇ ਅੰਦਰ ਸ਼ਾਂਤੀ ਨਸੀਬ ਹੋ ਜਾਏ। ਬਿਨਾ ਗਰਭ ਤੇ ਸਰਬ ਪਾਏ ਜਬ ਜਦੋਂ ਅੰਦਰੋਂ ਅਹੰਕਾਰ ਦੂਰ ਹੋਇਆ ਜਦੋਂ ਅੰਦਰ ਤੋਂ ਅਹੰਕਾਰ ਦੂਰ ਹੋਇਆ ਹੈ। ਸੁਦਾ ਸਰੋਵਰ ਕੀ ਦਿਸ਼ ਆਏ ਪਾਵਨ ਪਵਿੱਤਰ ਅਸਥਾਨ ਹਰਮੰਦਰ ਸਾਹਿਬ ਵੱਲ। ਸੁਦਾ ਸਰੋਵਰ ਹਰਮੰਦਰ ਸਾਹਿਬ ਪਾਵਨ ਪਵਿੱਤਰ ਦਰਬਾਰ ਸਾਹਿਬ ਵੱਲ ਸਤਿਕਾਰਯੋਗ ਭੱਟ ਸਾਹਿਬਾਨ ਆਏ ਹਨ ਗੁਰੂ ਨੂੰ ਖੋਜਦਿਆਂ ਹੋਇਆਂ ਪੜ੍ਹਦਿਆਂ ਹੋਇਆਂ। ਜਦੋਂ ਸਾਹਿਬਾਨ ਦੇ ਦੀਦਾਰ ਕੀਤੇ ਜਦੋਂ ਉਹਨਾਂ ਨੇ ਗਾਇਨ ਕੀਤਾ ਰਹਿਓ ਸੰਤ ਹੋ ਟੋਲ। ਕਹਿੰਦੇ ਵੱਖ-ਵੱਖ ਥਾਵਾਂ ਤੇ ਭਟਕਣ ਤੋਂ ਬਾਅਦ ਫਿਰ ਪਾਵਨ ਅਸਥਾਨ ਸੁਦਾ ਸਰੋਵਰ ਹਰਮੰਦਰ ਸਾਹਿਬ ਦਰਬਾਰ ਸਾਹਿਬ ਵੱਲ ਆਏ ਹਨ। ਗੁਰਮੁਖੋ ਕਈ ਵਾਰੀ ਪਹਿਲਾਂ ਵੀ ਗੁਰਮੁਖ ਪਿਆਰਿਆਂ ਨੇ ਬੇਨਤੀਆਂ ਕੀਤੀਆਂ ਹਨ ਕਿ ਭਾਵੇਂ ਚਲੋ ਸੋਨਾ ਲੱਗਣ ਤੋਂ ਪਛਾਤ ਅਸਥਾਨ ਨੂੰ ਗੋਲਡਨ ਟੈਂਪਲ ਦੇ ਤੌਰ ਤੇ ਇਸ ਵਿਦ ਕਹਿਣਾ ਪ੍ਰਾਰੰਭ ਕਰ ਦਿੱਤਾ। ਗੋਲਡਨ ਤਾਂ ਹੋਰ ਵੀ ਕਿਸੇ ਥਾਂ ਤੇ ਲਾ ਦਿੱਤਾ ਜਾਵੇਗਾ ਫਿਰ ਕੀ ਉਹ ਵੀ ਗੋਲਡਨ ਟੈਂਪਲ ਹੋ ਜਾਵੇਗਾ? ਨਹੀਂ, ਆਪਣੀ ਰਸਨਾ ਤੇ ਜਦੋਂ ਵੀ ਪਾਵਨ ਪਵਿੱਤਰ ਅਸਥਾਨ ਦਾ ਨਾਮ ਆਵੇ ਗੋਲਡਨ ਟੈਂਪਲ ਨਹੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਇਹ ਪਾਵਨ ਪਵਿੱਤਰ ਨਾਮ ਪਾਵਨ ਪਵਿੱਤਰ ਅਸਥਾਨ ਦਾ ਆਵੇ। ਕਿਉਂਕਿ ਜਦੋਂ ਫਿਰ ਆਪਾਂ ਖੋਜਦੇ ਹਾਂ ਮੈਪ ਤੇ ਖੋਜਣਾ ਕਰੀਏ ਜਾਂ ਉਂਝ ਆਪਾਂ ਜਦੋਂ ਕੋਈ ਨੈਟ ਤੇ ਵੇਖਣਾ ਕਰੀਏ ਪਾਵਨ ਅਸਥਾਨ ਦਾ ਨਾਮ ਦਰਬਾਰ ਸਾਹਿਬ ਭਰ ਕੇ ਸੁਦਾ ਸਰੋਵਰ ਕਿਉਂਕਿ ਮਹਾਰਾਜ ਜੀ ਨੇ ਹਰਮੰਦਰ ਹਰ ਸਾਜਿਆ ਮਹਾਰਾਜ ਜੀ ਨੇ ਬਾਣੀ ਅੰਦਰ ਹਰਮੰਦਰ ਸਾਹਿਬ ਪਾਵਨ ਪਵਿੱਤਰ ਬਾਣੀ ਦਾ ਅਸਥਾਨ ਦਾ ਨਾਮ ਮਹਾਰਾਜ ਜੀ ਨੇ ਇਹੋ ਰੱਖਿਆ ਹੈ ਹਰਮੰਦਰ ਸਾਹਿਬ।
ਸੋ ਉਸ ਥਾਂ ਤੇ ਸੁਧਾ ਸਰੋਵਰ ਪਾਵਨ ਸਥਾਨ ਤੇ ਭੱਟ ਸਾਹਿਬਾਨ ਪਹੁੰਚੇ ਹਨ। ਮਹਿਮਾ ਸੁਨਤ ਅਨੇਕ ਲੋਕ ਤੇ ਨਾਨਾ ਲੋਕਾਂ ਤੋਂ ਬਹੁਤਾਤ ਵਿੱਚ ਲੋਕਾਂ ਤੋਂ ਸਤਿਗੁਰੂ ਮਹਾਰਾਜ ਜੀ ਕੀ ਮਹਿਮਾ ਸੁਣ ਕਰਕੇ ਸ਼੍ਰੀ ਅਰਜਨ ਸਤਿਗੁਰ ਸੁਖਦਾਏ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਸੁਖ ਦੇਣ ਵਾਲੇ ਸਤਿਗੁਰੂ ਮਹਾਰਾਜ ਜੀ ਹਨ। ਭਿੱਖੇ ਸਹਿਤ ਸਕਲ ਹੀ ਮਿਲ ਕੇ ਇਹਨਾਂ ਵਿੱਚੋਂ ਸ਼੍ਰੋਮਣੀ ਭੱਟ ਭਿੱਖਾ ਜੀ ਸਾਰਿਆਂ ਨਾਲੋਂ ਅੱਗੇ ਲੱਗੇ ਹਨ। ਸਤਿਕਾਰਯੋਗ ਵੱਡੇ ਸਨ ਸਾਰਿਆਂ ਵਿੱਚੋਂ, ਨਾਲ ਇਹਨਾਂ ਦੇ ਭਤੀਜੇ, ਨਾਲ ਇਹਨਾਂ ਦੇ ਪੁੱਤਰ, ਸਾਰੇ ਨਾਲ ਇਹਨਾਂ ਨੇ ਲਏ ਹਨ। ਭੱਟ ਭਿੱਖਾ ਜੀ ਇਹਨਾਂ ਵਿੱਚੋਂ ਸਾਰਿਆਂ ਵਿੱਚੋਂ ਅੱਗੇ ਲੱਗ ਕਰਕੇ ਦਰਸ਼ਨ ਹਿਤ ਚਿਤ ਚੌਂਪ ਬਢਾਏ ਅੰਦਰ ਬੜੇ ਹਿਰਦੇ ਅੰਦਰ ਬੜੇ ਚਾਹਨਾ ਨਾਲ ਸਾਹਿਬ ਜੀ ਕੇ ਦੀਦਾਰ ਹਿਤ ਗੁਣ ਕੋ ਸੁਨਤ ਸ਼ਾਂਤ ਹੋਏ ਆਈ। ਹਾਂ, ਜਿਵੇਂ ਜਿਵੇਂ ਸਤਿਗੁਰੂ ਮਹਾਰਾਜ ਜੀਆਂ ਦੇ ਬਾਬਤ ਸੁਣਿਆ ਹਿਰਦੇ ਅੰਦਰ ਇਹ ਸ਼ਾਂਤੀ ਆਈ। ਇਹ ਹੁਣ ਪਤਾ ਲੱਗਾ ਵੀ 1 ਸਾਲ ਤੋਂ ਭਟਕ ਰਹੇ ਹਾਂ ਜਿਸ ਸਾਹਿਬ ਦੇ ਦੀਦਾਰ ਵਾਸਤੇ, ਉਹ ਥਾਂ ਇਹੋ ਹੈ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ। ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਗੁਰੂ ਕੇ ਸਿੱਖਾ ਤੇਰੇ ਵਾਸਤੇ ਵੀ ਥਾਂ ਇਹੋ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਾ ਦਰਬਾਰ। ਮਣੀ ਗਵਾਚਿਆ ਸੱਪ ਜਿਉਂ ਦੁਖ ਪਾਵੰਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ। ਹਰ ਰਸ ਦੀ ਤੋਟ ਜਦੋਂ ਪਵੇ ਫਕੀਰ ਨੂੰ, ਪਰਲੋ ਮੱਚੇ ਚੁਫੇਰ ਤਿਉ ਘਬਰਾਵਦਾ। ਕੀ ਅਗੰਮੀ ਖੇਡ ਇੱਥੇ ਵਰਤਦੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਕੇ ਦਰਬਾਰ ਅੰਦਰ ਭਾਈ ਵੀਰ ਸਿੰਘ ਜੀ ਨੇ ਅਨੇਕਾਂ ਕਵਿਤਾਵਾਂ ਸਤਿਗੁਰੂ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਉਸਤਤ ਵਿੱਚ ਅੰਕਿਤ ਕੀਤੀ। ਭੱਟ ਭਿੱਖਾ ਜੀ ਨੇ ਜਦੋਂ ਸਰਵਣ ਕੀਤਾ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਗੁਨਾਹ ਬਾਰੇ, ਅੰਦਰ ਸ਼ਾਂਤੀ ਇਸ ਗੱਲ ਦੀ ਆਈ, ਕਹਿੰਦੇ ਇਹੋ ਥਾਂ ਹੈ ਜਿੱਥੇ ਅਸੀਂ ਪਹੁੰਚਣਾ ਹੈ। ਸ਼੍ਰੀ ਅਰਜਨ ਕੋ ਸਿਮਰਤ ਨਾਮ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਕੇ ਨਾਮ ਨੂੰ ਸਿਮਰਦਿਆਂ ਹੋਇਆ ਸਭ ਪਹੁੰਚੇ ਹਰ ਮੰਦਰ ਮੈਂ ਜਬ। ਸਾਰੇ ਸਾਧ ਸੰਗਤ ਜੀਓ ਭੱਟ ਸਾਹਿਬਾਨ ਜਦੋਂ ਹੁਣ ਹਰਮੰਦਰ ਸਾਹਿਬ ਅੰਦਰ ਪਹੁੰਚੇ ਹਨ, ਦਰਸ਼ਨ ਪਿਖਿਓ ਅਜਬ ਅਬਿਰਾਮ ਅਜਬ ਅਬਿਰਾਮ ਮਾਲਕ ਜੀ ਕੇ ਦੀਦਾਰ ਪਾਏ। ਅਜਬ ਅਬਿਰਾਮ ਸਾਹਿਬ ਜੀ ਕੇ ਦੀਦਾਰ ਹੁਣ ਜਿਸ ਸਰੂਪ ਵਿੱਚ ਉਹਨਾਂ ਨੇ ਦੀਦਾਰ ਪਾਏ ਹਨ। ਸ਼ਾਮ ਸਰੂਪ ਅਨੂਪ ਚਤੁਰ ਪੁਜੇ ਉਹਨਾਂ ਨੇ ਕੀ ਤੱਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ सुंदर महाराज सच्चे पातशाह जी का पावन पवित्र मुखड़ा, सुंदर बदन सुछब को धाम, और गुरुदेव जी का सुंदर बदन छब को धाम भाव अंदर नू होर भी शांति बख्शण वाला साहिब सच्चे पातशाह जी का पावन पवित्र स्वरूप तकिया है। महाजोत जागत चौं दिश में, साहिब जी दे पास जा जोत उन्होंने भाव सतगुरु गुरुदेव जियां दे पास जगदी तकी है। करत अनेक सो नम्र प्रणाम, और नाना प्रकार दे नाल धन धन सतगुरु श्री गुरु अर्जन देव पातशाह महाराज जियां नूं आन इन्हां ने नमस्कार कीती है। कमला कमलासन पद कमल जे, सतगुरु गुरु धन गुरु अर्जन देव महाराज जियां दे स्वरूप दे दीदार इन्हां ने पाए। जिस प्रकार विष्णु जी की हजूरी दे अंदर लक्ष्मी उन्हां दे पैर घुटदी होवे, सतगुरु गुरु अर्जन देव महाराज सच्चे पातशाह जी दे इस विद दीदार उन्हां ने पाए हन। मृदुल पलोसत प्रीत बिसार, बड़े प्रीत दे नाल प्रेम सह तो पैर चरण घुटदी होवे। शुभत सेख साई बड़ शोभा, गुरुदेव महाराज जियां दी वड्डी शोभा, सतगुरु मेरे लालन की शोभा, वड्डी सतगुरु महाराज जी की शोभा। दृग विस्तृत कोर जुग लाल, गुरुदेव महाराज सच्चे पातशाह जी के सुंदर भाव नेत्र जिदे भाव कोने अत लाल हन। धन धन सतगुरु श्री गुरु अर्जन देव महाराज जियां दे सावे आन के साध संगत जियो सत्कार योग भट्ट साहबान महाराज गुरुदेव सच्चे पातशाह जियों के पास आन के हाजिर हुए हन। गाउंदे आ रहे हन, रहो संत हो टोल साध वो तेरे डिठे, सन्यासी तपस्या मुख होए पंडित मिठे। गुरुदेव जी दे आन के दीदार उन्होंने पावना कीते, अंदर नू शांति नसीब हुई। होर सतगुरु महाराज जियां दी किस विद उस्तत सत्कार योग
ਭੱਟ ਸਾਹਿਬਾਨਾਂ ਨੇ ਕੀਤੀ ਹੈ। ਇਹ ਆਪਾਂ ਅਗਲੇਰੇ ਪ੍ਰਸੰਗਾਂ ਦੇ ਅੰਦਰ ਅਤਿ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋ ਹਾਜ਼ਰੀਆਂ ਭਰਦੇ ਹਨ, ਸੋ ਉਹਨਾਂ ਪਾਸੋਂ ਆਪਾਂ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਤਥਾ ਸਤਿਗੁਰੂ ਜੀ ਕੀ ਸੰਗਤ ਬਖਸ਼ਣਯੋਗ ਹੈ। ਸੋ ਸਾਧ ਸੰਗਤ ਜੀਓ ਬੇਨਤੀ ਹੈ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਦੇ 300 ਸਾਲਾਂ ਦੇ ਜਨਮ ਦਿਹਾੜਿਆਂ ਨੂੰ ਸਮਰਪਿਤ ਅੱਜ ਜੋ ਫਤਿਹ ਮਾਰਚ ਦਿੱਲੀ ਦੀ ਧਰਤੀ ਤੋਂ ਆਰੰਭ ਹੋਏ ਹਨ, ਅੱਜ ਸ਼ਾਮ ਨੂੰ ਤਕਰੀਬਨ 8 ਵਜੇ ਇਹਨਾਂ ਸਥਾਨਾਂ ਤੇ ਪਹੁੰਚਣਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਹਨ, ਔਰ ਰਾਤ ਦੇ ਵੇਲੇ ਧਾਰਮਿਕ ਨਾਟਕ ਖੇਡਿਆ ਜਾਵੇਗਾ। ਔਰ ਕੱਲ ਨੂੰ ਸਾਧ ਸੰਗਤ ਜੀ 9 ਵਜੇ ਦੇ ਕਰੀਬ ਨਗਰ ਕੀਰਤਨ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੋਂ ਆਰੰਭ ਹੋ ਕੇ ਨਾਭਾ ਰੋਡ ਤੋਂ ਥਾਪਰ ਕਾਲਜ ਹੁੰਦਿਆਂ ਨਾਭੇ ਨੂੰ ਇਸ ਥਾਂ ਤੋਂ ਕੱਲ ਨੂੰ 9 ਵਜੇ ਨਗਰ ਕੀਰਤਨ ਜਾਣਗੇ। ਸੋ ਸਾਧ ਸੰਗਤ ਜੀਓ ਕੱਲ ਨੂੰ ਵੀ ਔਰ ਅੱਜ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਨਗਰ ਕੀਰਤਨ ਦੇ ਅੰਦਰ ਹਾਜ਼ਰੀਆਂ ਭਰ ਕਰਕੇ ਗੁਰੂ ਕੀਆਂ ਅਸੀਸਾਂ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਇਹ ਬਿਦ ਸੁਨ ਕਾ ਜਾਟਰੋ, ਇਹ ਬਿਦ ਸੁਨ ਕਾ ਜਾਟਰੋ, ਇਹ ਬਿਦ ਸੁਨ ਕਾ ਜਾਟਰੋ, ਇਹ ਬਿਦ ਸੁਨ ਕੈ ਜਾਟਰੋ। ਉਠ ਭਗਤੀ ਲਾਗਾ, ਉਠ ਭਗਤੀ ਲਾਗਾ, ਉਠ ਭਗਤੀ ਲਾਗਾ, ਉਠ ਭਗਤੀ ਲਾਗਾ। ਮਿਲਾ ਪ੍ਰਤੱਖ ਗੁਸਾਈਆ, ਮਿਲਾ ਪ੍ਰਤੱਖ ਗੁਸਾਈਆ, ਮਿਲੈ ਪ੍ਰਤੱਖ ਗੁਸਾਈਆ, ਮਿਲੈ ਪ੍ਰਤੱਖ ਗੁਸਾਈਆ। ਤੰਨਾ ਵੱਡ ਭਾਗਾ, ਤੰਨਾ ਵੱਡ ਭਾਗਾ, ਤੰਨਾ ਵੱਡ ਭਾਗਾ, ਤੰਨਾ ਵੱਡ ਭਾਗਾ। ਵਾਹਿਗੁਰੂ 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 ਵਾਹਿਗੁਰੂ। ਅਚੁਤ ਹੀ ਪਾਰ ਬ੍ਰਹਮ ਅਬਨਾਸੀ, ਅਗਨਾਸ ਹੇ ਪੂਰਨ ਹੀ ਸਰਬ ਮੈਂ ਪੰਜਨ ਗੁਣਤਾਸ। ਹੇ ਸੰਗੀ ਹੀ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਗੋਬਿੰਦ ਹੀ ਗੁਣ ਨਿਦਾਨ, ਕੀ ਸਦਾ ਬਬੇ। ਹੇ ਅਪਰੰਪਰ ਹਰ ਹਰੇ, ਹੈ ਪੀਓਵਣ ਹਾਰ। ਹੇ ਸੰਤਾ ਕਾ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੂਪ, ਮੈਂ ਨਿਰਗੁਣ ਗੁਣ ਨਹੀਂ ਕੋ। ਨਾਨਕ ਦੀਜਾ ਨਾਮ ਦਾ ਕੋਈ ਐ ਪਰੋ। ਆਏ ਪ੍ਰਭ ਸ਼ਰਨਾਗਤੀ, ਨਿਧ ਦਿਆਲ। ਏਕ ਅੱਖਰ ਹਰ ਮਨ ਬਸਤਾ, ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਅੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਹਾਰੇ ਉਤਾਰ ਨਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰ ਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।